ਪੋਰਸ ਤੇ ਸਿਕੰਦਰ ਦੀ ਜੰਗ ਹੋਈ ਸੀ, ਉਹਦੇ 'ਚ ਘੋੜਿਆਂ ਨੂੰ ਇੱਕ ਅਹਿਮ ਤੌਰ ਤੇ ਵਰਤਿਆ ਗਿਆ ਸੀ। ਤੇ ਜੇਕਰ ਤੁਹਾਡੇ ਸ਼ੌਂਕ ਦੀ ਗੱਲ ਕੀਤੀ ਜਾਵੇ, ਤੁਹਾਨੂੰ ਘੋੜਿਆਂ ਦਾ ਸ਼ੌਂਕ ਕਿੱਥੋਂ ਪੈ ਗਿਆ? ਪਹਿਲਾਂ ਹਰ ਘਰ 'ਚ ਘੋੜੀ ਹੁੰਦੀ ਸੀ, ਤਾਂ ਇਹ ਇੱਕ ਖਾਨਦਾਨੀ ਹੋਈ ਆ ਪੰਜਾਬੀਆਂ ਨਾਲ ਜੁੜਿਆ ਹੋਇਆ। ਠੀਕ ਹੈ ਨਹੀਂ, ਹਰ ਜ਼ਿਮੀਂਦਾਰ ਹਰ ਪੰਜਾਬੀ ਦੇ ਘਰ 'ਚ ਪਿਛੋਕੜ 'ਚ ਘੋੜੀ ਸੀ। ਪਾਕਿਸਤਾਨ ਤੋਂ ਵੀ ਲੈ ਕੇ ਆਏ ਨੇ ਹਨਾ। ਇਹਦੇ ਕਰੈਕਟਰ ਹੁੰਦੇ ਆ ਘੋੜਿਆਂ ਦੇ, ਕਿਉਂਕਿ ਉਹਦੇ ਸਾਡੇ ਲਈ ਇੱਕੋ ਬਰਾਬਰ ਸੀ ਘੋੜੀ। ਤਾਂ ਸਿਰਫ ਸਾਨੂੰ ਕੀ ਲੱਗਦਾ ਸੀ ਵੀ ਮੋਟੇ ਘੋੜੇ ਦੀ ਕੁਆਲਿਟੀ ਜਿੱਤ ਕੇ ਆਊਗਾ ਜਿਹੜਾ ਰਾਜੀ ਹੈ, ਤਾਂ ਅਸੀਂ ਰਾਜੀ ਕਰਕੇ ਰੱਖ ਦੇਣਾ ਕਰਨਾ। ਤੇ ਮੇਰੇ ਮਨ ਨੂੰ, ਜੋ ਮੈਂ ਪਹਿਲੀ ਵਾਰ ਮੁਕਤਸਰ ਸਾਹਿਬ ਜਦੋਂ ਗਿਆ ਸੀ, ਮੈਂ ਸ਼ੋਅ ਵੇਖਿਆ ਸੀ, ਤਾਂ ਉੱਥੇ ਉਹ ਜਿੱਤਿਆ ਸੀ। ਅਤੇ ਮੈਂ ਪਹਿਲਾ ਘੋੜਾ ਮੇਰੇ ਮਤਲਬ ਜੇ ਮਨ ਨੂੰ ਪਾਉਂਦਾ ਤਾਂ ਮੇਰੀ ਰੀਸ ਇਹ ਤੋਂ ਬੱਚਾ ਲੈਣਾ। ਅਤੇ ਚਲੋ ਪਰਮਾਤਮਾ ਨੂੰ ਆਇਆ ਵੀ। ਅਤੇ ਜਦੋਂ ਇਹ ਬੱਚਾ ਚਲੋ ਆਪਣੇ ਘਰ 'ਚ ਜਨਮ ਸੀ, ਬਚਪਨ ਤੋਂ ਹੀ ਦਿਖਾਉਣ ਲੱਗ ਗਿਆ ਸੀ ਵਾਕਈ ਚੀਜ਼ ਇੱਕ ਅਲੱਗ ਚੀਜ਼ ਬਣੂਗਾ, ਕਿਉਂਕਿ ਪਤਾ ਲੱਗਣ ਲੱਗ ਜਾਂਦਾ ਬੱਚੇ ਦਾ, ਉਹਦੇ ਖੜਨ ਦਾ, ਉਹਦੇ ਐਟੀਟਿਊਡ ਦਾ। ਅਤੇ ਕੁਛ ਮੇਰੇ ਪਰਿਵਾਰ 'ਚੋਂ ਮੇਰੇ ਸਾਰੇ ਪਰਿਵਾਰ ਨੇ ਹੀ ਮੇਰੇ ਨਾਲ ਸਪੋਰਟ ਕੀਤੀ ਹੈ ਜੀ। ਕਿਵੇਂ ਜੋਧਪੁਰ ਜੋ ਮੁਕਾਬਲਾ ਸੀ ਘੋੜਿਆਂ ਦਾ, ਕਿਵੇਂ ਉੱਥੋਂ ਚੋਣ ਹੁੰਦੀ ਹੈ, ਕਿਵੇਂ ਤੁਹਾਨੂੰ ਮੈਸੇਜ ਆਉਂਦਾ ਅਤੇ ਕਿਵੇਂ ਉੱਥੇ ਫਿਰ ਡਿਕਲੇਅਰ ਹੁੰਦੇ ਨੇ ਘੋੜੇ? ਦੇਖੋ, ਮਾੜਾ ਕੋਈ ਜਾਨਵਰ ਨਹੀਂ ਜਿਹੜਾ ਰਿੰਗ 'ਚ ਪਾਰਟੀਸਪੇਟ ਕਰਨ ਆ ਰਿਹਾ। ਕੋਈ ਕਿਸੇ ਚੀਜ਼ 'ਚ ਵਧੀਆ ਹੋਊਗਾ, ਕੋਈ ਕਿਸੇ 'ਚ ਹੋਊਗਾ। ਉੱਥੇ ਜਦੋਂ ਰਿੰਗ ਲੱਗਦੀ ਉਦੋਂ ਤਾਂ ਮਾਈਨਰ ਪੁਆਇੰਟਾਂ ਦੀ ਗੇਮ ਹੁੰਦੀ ਹੈ। ਉੱਥੇ ਇਹ ਨਹੀਂ ਹੁੰਦਾ ਜੀ ਵੀ ਇੱਕ ਪਾਸਾ ਹੀ ਹੋ ਜਾਂਦਾ ਨਾ, ਉੱਥੇ ਮਾਈਨਰ ਪੁਆਇੰਟਾਂ ਦੀ ਕੰਮ ਹੁੰਦਾ। ਬੜੀ ਜਿੱਦ ਬਹਿਸ ਹੁੰਦੀ ਕਈ ਵਾਰ ਮਾਲਕਾਂ ਦੀ ਚੀਜ਼ਾਂ ਨਾਲ, ਬਹੁਤ ਕੁਛ ਹੁੰਦਾ ਜੀ। ਖੈਰ ਹੈ ਨਾ ਜੀ, ਤਾਂ ਕੀ ਹੈ, ਉਹ ਬੜੇ ਪੁਆਇੰਟਾਂ ਦੀ ਗੇਮ ਆ। ਤਾਂ ਉੱਥੇ ਕੀ ਹੈ, ਫਿਰ ਉਹਦਾ ਟੈਂਪਰਾਮੈਂਟ ਲਵਾ ਕੇ ਵੇਖਦੇ ਨੇ। ਫਿਰ ਆਡੀਅנס ਦੀ ਵੀ ਕਈ ਵਾਰ ਸਲਾਹ ਲਈ ਜਾਂਦੀ ਹੈ, ਅਤੇ ਜੱਜ ਪੈਨਲ ਬਾਅਦ ਇੱਕ ਹੋਰ ਜੱਜ ਪੈਨਲ ਹੁੰਦਾ, ਕਈ ਵਾਰ ਉਹਨਾਂ ਨੂੰ ਨਾਲ ਲੈ ਕੇ ਸਲਾਹ ਕੀਤੀ ਜਾਂਦੀ ਹੈ। ਤਾਂ ਫਿਰ ਉਹਦੇ ਆਧਾਰ 'ਤੇ ਪੁਆਇੰਟਸ ਜਦੋਂ ਜੋੜ ਕੇ ਅਤੇ ਜਿਹੜਾ ਵਧੀਆ ਬੈਸਟ ਨਿਕਲਦਾ, ਫਿਰ ਉਹਨੂੰ ਅੱਗੇ ਕਰਕੇ ਮਾਰਕਿੰਗ ਕੀਤੀ ਜਾਂਦੀ ਹੈ। ਘਰ ਦੇ ਰੁਕਦੇ ਸੀ ਇਸ ਪਾਸੇ ਵੱਲ, ਘੋੜੇ ਅਤੇ ਘੋੜੀਆਂ ਵਾਲੀ ਲਾਈਨ ਤੋਂ। ਫਿਰ ਹੁਣ ਤੁਸੀਂ 8-9 ਘੋੜੇ ਕਰ ਲਏ ਅਤੇ ਹੁਣ ਨੰਬਰ 1 'ਤੇ ਤੁਹਾਡਾ ਘੋੜਾ ਆਇਆ ਜੋਧਪੁਰ। ਹੁਣ ਫਿਰ ਘਰਦਿਆਂ ਨੂੰ ਮਾਣ ਨਹੀਂ ਹੁੰਦਾ? ਨਹੀਂ, ਬਹੁਤ ਮਾਣ ਹੁੰਦਾ। ਜਦੋਂ ਮੇਰਾ ਘੋੜਾ 8th ਆਇਆ ਸੀਗਾ ਤਾਂ ਮੇਰੇ ਫਾਦਰ, ਕਿਉਂਕਿ ਇੱਕ ਟਾਈਮ ਆਇਆ ਸੀ ਜਦੋਂ ਮੈਨੂੰ ਬਾਹਰ ਹੀ ਨਿਕਲ ਗਿਆ ਸੀ ਰਿੰਗ ਤੋਂ ਮੈਂ, ਕਿਉਂਕਿ ਹਰ ਬੰਦਾ ਆਸ ਨਾਲ ਜਾਂਦਾ। ਜਦੋਂ ਆਸ ਨਾਲ ਗਏ ਤਾਂ ਜਦੋਂ ਵਾਪਸ ਆਏ ਮਾਯੂਸ ਬਹੁਤ ਸੀਗੇ ਹੈ ਨਾ ਜੀ। ਤਾਂ ਮੇਰੇ ਫਾਦਰ ਨੇ ਉਸੇ ਦਿਨ ਮੈਨੂੰ ਕਹਿ ਤਾ ਸੀ, ਕਹਿੰਦਾ ਤੂੰ ਪੁੱਤ ਜੋ ਮਰਜ਼ੀ ਕਰ, ਤੂੰ ਜ਼ਮੀਨ ਵੇਚ ਦੇ, ਤੂੰ ਕਰੋੜ ਰੁਪਏ ਦਾ ਘੋੜਾ ਲਿਆ ਚਾਹੇ 2 ਕਰੋੜ ਦਾ ਲਿਆ, ਵੀ ਤੁਸੀਂ ਰਿੰਗ 'ਚ ਜਾਓ। ਕਿਉਂਕਿ ਮੇਰੇ ਨਾਲ ਮੇਰਾ ਬੇਟਾ ਵੀ ਜਾਂਦਾ ਸੀ, ਕਿਤੇ ਵੀ ਜਾਂਦਾ। ਤਾਂ ਉਹਨੂੰ ਇਹ ਸੀ ਵੀ ਤੂੰ ਘੋੜਾ, ਤੂੰ ਮੈਨੂੰ ਮਿਊਸ ਨਹੀਂ ਵੇਖ ਸਕਦੇ ਸੀ, ਬੇਟੇ ਨੂੰ ਮਿਊਸ ਨਹੀਂ ਵੇਖਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਤੂੰ ਜਾ ਕੇ ਜ਼ਮੀਨ ਵੇਚ, ਮੈਂ ਕਰਜ਼ਾ ਫੜ ਲੂੰਗਾ, ਮੈਂ ਕੁਛ ਕਰ ਦੂੰਗਾ, ਪਰ ਮੈਂ ਚਾਹੁੰਦਾ ਵੀ ਜਦੋਂ ਤੁਸੀਂ ਜਾਓ ਤਾਂ ਦੋਵੇਂ ਪਿਓ ਪੁੱਤਰ ਹੱਸਦੇ ਆਓ। ਅਸੀਂ ਵੀ ਘੋੜਿਆਂ 'ਤੇ ਇੱਥੋਂ ਇਕੱਠੇ ਦਿੱਲੀ ਗਏ ਸੀਗੇ। ਕਾਰਨ ਕੀ ਸੀ, ਅਸੀਂ ਸਮਰਥਨ 'ਚ ਗਏ ਸੀ, ਆਪਦੀ ਇੱਕ ਤਰ੍ਹਾਂ ਦੀ ਆਵਾਜ਼ ਲੈ ਕੇ ਗਏ ਸੀ ਕੇਂਦਰ ਤੱਕ, ਵੀ ਘੋੜਿਆਂ 'ਤੇ ਬੈਠ ਕੇ ਗਏ ਸੀ ਰਾਈਡ ਕਰਕੇ ਇੱਥੋਂ। ਕਿਉਂਕਿ ਜਿਹੜੀ ਘੋੜਿਆਂ ਦੀ ਲਾਈਨ ਹੈ ਇਹ ਵੀ ਕਿਸਾਨੀ ਨਾਲ ਜੁੜੀ ਹੋਈ ਹੈ ਵੀਰ ਜੀ, ਤੁਸੀਂ ਸਮਝੋ ਸਾਰੀ ਟੋਟਲੀ। ਅਤੇ ਜੇ ਆਪਾਂ ਉਹਦੇ ਮੋਟਰਸਾਈਕਲ, ਜਿਵੇਂ ਮੋਟਰ 'ਤੇ ਅੱਜ ਕੱਲ੍ਹ ਜਾਣਾ ਤਾਂ ਉਹਦੇ ਲਈ ਵੀ ਕਿੱਕ ਵੱਜਦੀ ਹੈ। ਕਈ ਲੋਕ ਤਾਂ ਗੱਡੀਆਂ ਦੇ ਮੋਟਰਾਂ ਤੱਕ ਜਾਂਦੇ ਆ ਆਪਦੇ, ਜਿਵੇਂ ਕਿ ਇਹਨਾਂ ਦੀ ਦੂਰ ਆ। ਤਾਂ ਜੇ ਆਪਾਂ ਘੋੜੀ 'ਤੇ ਬੈਠ ਕੇ ਜਾਵਾਂਗੇ, ਆਪਣਾ ਤੇਲ ਬਚਦਾ, ਤੁਹਾਡੇ ਸਰੀਰਕ ਕਿਰਿਆ ਸਹੀ ਚੱਲੂਗੀ, ਤੁਸੀਂ ਫਿੱਟ ਹੋ, ਤੁਹਾਨੂੰ ਕਿਸੇ ਰੋਗਾਂ ਤੋਂ ਦੂਰ ਰਹੋਗੇ। ਠੀਕ ਹੈ ਨਹੀਂ, ਨਾਲੇ ਜਿਹੜੀ ਇਹਦਾ ਆਨੰਦ ਆ ਚਲਾਉਣ ਦਾ, ਉਹ ਸ਼ਾਇਦ ਮੋਟਰਸਾਈਕਲਾਂ 'ਚ ਵੀ ਨਹੀਂ ਹੈਗਾ। ਤੁਸੀਂ ਪੰਜਾਬੀ ਡਾਕ ਦੇ ਨਾਲ ਜੁੜ ਚੁੱਕੇ ਹੋ ਅਤੇ ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਅਸੀਂ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ ਨਿੱਤ ਤੁਹਾਡੇ ਨਾਲ ਇੱਕ ਅਜਿਹੀ ਕਹਾਣੀ ਸਾਂਝੀ ਕਰਦੇ ਹਾਂ ਜੋ ਇੱਕ ਦਿਲਾਂ ਨੂੰ ਧੂ ਪਾਉਂਦੀ ਹੈ, ਦਿਲਾਂ ਨੂੰ ਖਿੱਚ ਪਾਉਂਦੀ ਹੈ। ਅੱਜ ਵੀ ਤੁਹਾਡੇ ਨਾਲ ਇੱਕ ਅਸੀਂ ਅਨੋਖੀ ਅਤੇ ਨਿਵੇਕਲੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ। ਦਰਸ਼ਕੋ, ਤੁਸੀਂ ਜਿਵੇਂ ਜਾਣਦੇ ਹੋ ਕਿ ਪੰਜਾਬ ਇੱਕ ਸ਼ੌਂਕ ਵਜੋਂ ਵੀ ਜਾਣਿਆ ਜਾਂਦਾ, ਪੰਜਾਬੀ ਇੱਕ ਸ਼ੌਂਕ ਵਜੋਂ ਵੀ ਜਾਣੇ ਜਾਂਦੇ ਨੇ। ਅਤੇ ਪੰਜਾਬੀ ਜਦੋਂ ਉਸੇ ਸ਼ੌਂਕ ਨੂੰ ਇੱਕ ਬਿਜ਼ਨਸ ਦੇ ਤੌਰ 'ਤੇ ਵਰਤਦੇ ਨੇ ਤਾਂ ਫਿਰ ਦੁਨੀਆ ਦੇ ਵਿੱਚ ਇਹਨਾਂ ਗੱਲਾਂ ਦੀਆਂ ਧੂਮਾਂ ਪੈਣੀਆਂ ਆਮ ਗੱਲ ਨੇ। ਅਤੇ ਅੱਜ ਅਸੀਂ ਗੱਲ ਕਰਾਂਗੇ ਘੋੜੇ ਦੀ, ਅਤੇ ਉਹ ਘੋੜਾ ਜੋ ਪੰਜਾਬ ਦੇ ਵਿੱਚੋਂ ਜਾ ਕੇ ਜੋਧਪੁਰ ਜਾ ਕੇ ਪਹਿਲੇ ਨੰਬਰ 'ਤੇ ਆਉਂਦਾ ਹੈ। ਅਤੇ ਘੋੜੇ ਦੇ ਰਖਵਾਲੇ, ਘੋੜੇ ਦੇ ਮਾਲਕ ਨਾਲ ਗੱਲ ਕਰਾਂਗੇ ਅਸੀਂ, ਮਨਪ੍ਰੀਤ ਸੈਫਦੀਪੁਰ ਨਾਲ। ਜਦੋਂ ਸੈਫਦੀਪੁਰ ਨਾਮ ਆਉਂਦਾ ਤਾਂ ਤੁਹਾਡੇ ਧਿਆਨ 'ਚ, ਤੁਹਾਡੇ ਜ਼ਿਹਨ 'ਚ ਇੱਕ ਨਾਂ ਹੋਰ ਗੂੰਜਦਾ ਹੋਣਾ, ਬਲਵਿੰਦਰ ਸਿੰਘ ਸੈਫਦੀਪੁਰ, ਜੋ ਲਗਾਤਾਰ ਮੇਨ ਸਟਰੀਮ ਪੋਲੀਟਿਕਸ ਦੇ ਵਿੱਚ ਐਕਟਿਵ ਰਹੇ ਸੀ। ਅਤੇ ਅੱਜ ਉਹਨਾਂ ਦੇ ਸਪੁੱਤਰ ਨਾਲ ਗੱਲਬਾਤ ਕਰਾਂਗੇ। ਗੱਲਬਾਤ ਹੋਊਗੀ ਉਹਨਾਂ ਦੇ ਸ਼ੌਂਕ ਨੂੰ ਲੈ ਕੇ, ਉਹ ਸ਼ੌਂਕ ਜਿਸ ਨੇ ਉਹਨਾਂ ਦਾ ਨਾਮ ਇਹ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਚਮਕਾਇਆ। ਉਹ ਇੱਕ ਘੋੜਾ ਜੋ ਜੋਧਪੁਰ ਤੋਂ ਲੈ ਕੇ ਉੱਥੋਂ ਖੇਡਾਂ ਦੇ ਵਿੱਚ ਉਹ ਫਸਟ ਆਇਆ, ਅਤੇ ਪੂਰੇ ਸੰਸਾਰ ਦੇ ਵਿੱਚ ਇਹ ਇੱਕ ਖਿੱਚ ਪੈਦਾ ਹੋ ਗਈ ਕਿ ਆਖਰ ਇਸ ਯਾਰ ਘੋੜੇ ਦਾ ਮਾਲਕ ਹੈ ਕੌਣ। ਅਤੇ ਉਹੀ ਘੋੜੇ ਦੇ ਮਾਲਕ ਅੱਜ ਸਾਡੇ ਨਾਲ ਨੇ, ਮਨਪ੍ਰੀਤ ਜੀ। ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਰਹਿੰਦੇ?
ਬਾਈ ਜੀ ਜੇਕਰ ਗੱਲ ਕੀਤੀ ਜਾਵੇ ਘੋੜਿਆਂ ਦੀ, ਘੋੜਿਆਂ ਦੇ ਨਾਲ ਸਾਡਾ ਬੜਾ ਪੁਰਾਣਾ ਸੰਬੰਧ ਹੈ। ਜੇਕਰ ਗੱਲ ਕੀਤੀ ਜਾਵੇ ਦਸਮ ਪਿਤਾ ਦੀ, ਦਸਮ ਪਿਤਾ ਦੇ ਨੀਲੇ ਘੋੜੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਘੋੜਿਆਂ ਦਾ ਬਹੁਤ ਸ਼ੌਕ ਸੀ। ਵਿਦੇਸ਼ਾਂ ਤੋਂ ਘੋੜੇ ਉਹਨਾਂ ਨੂੰ ਗਿਫਟ ਵੀ ਹੁੰਦੇ ਸੀ, ਤੋਹਫਿਆਂ ਦੇ ਵਿੱਚ ਵੀ ਘੋੜੇ ਮਿਲਦੇ ਸੀ ਅਤੇ ਖੁਦ ਉਹ ਆਪ ਵੀ ਘੋੜੇ ਪਾਲਦੇ ਸੀ। ਅਤੇ ਉਸ ਤੋਂ ਇਲਾਵਾ ਤੁਸੀਂ ਜਦੋਂ ਪੋਰਸ ਅਤੇ ਸਿਕੰਦਰ ਦੀ ਜੰਗ ਹੋਈ ਸੀ, ਉਹਦੇ 'ਚ ਘੋੜਿਆਂ ਨੂੰ ਇੱਕ ਅਹਿਮ ਤੌਰ 'ਤੇ ਵਰਤਿਆ ਗਿਆ ਸੀ। ਅਤੇ ਜੇਕਰ ਤੁਹਾਡੇ ਸ਼ੌਂਕ ਦੀ ਗੱਲ ਕੀਤੀ ਜਾਵੇ, ਤੁਹਾਨੂੰ ਘੋੜਿਆਂ ਦਾ ਸ਼ੌਂਕ ਕਿੱਥੋਂ ਪੈ ਗਿਆ? ਦੇਖੋ ਜੀ, ਮੈਨੂੰ ਬਚਪਨ ਤੋਂ ਹੀ ਘੋੜਿਆਂ ਦਾ ਬਹੁਤ ਸ਼ੌਂਕ ਸੀ। ਕੁਝ ਮੈਂ ਵਾਈਪੀਐਸ ਪੜ੍ਹਿਆ ਹੋਈ ਤਾਂ ਸਾਡੇ ਸਕੂਲ 'ਚ ਰਾਈਡਿੰਗ ਸੀਗੀ, ਉਹਨਾਂ ਟਾਈਮਾਂ 'ਚ ਕੰਪਲਸਰੀ ਹੁੰਦੀ ਸੀਗੀ। ਅਤੇ ਹੋਇਆ ਕਿ ਮੈਨੂੰ ਸ਼ੌਂਕ ਸੀਗਾ ਤਾਂ ਮੈਂ ਚਲੇ ਜਾਣਾ ਕਰਨਾ ਸਕੂਲ 'ਚ, ਤਾਂ ਉੱਥੇ ਰਾਈਡਿੰਗ ਕਰਨ ਲੱਗ ਪਿਆ। ਅਤੇ ਉਸ ਤੋਂ ਬਾਅਦ ਮੇਰੇ ਚਾਚਾ ਜੀ ਸਰਦਾਰ ਬਲਦੇਵ ਸਿੰਘ ਜੀ ਅਤੇ ਸੀ, ਉਹਨਾਂ ਕੋਲ ਸੀਗੀ ਘੋੜੀ, ਉਹਨਾਂ ਨੂੰ ਬੜਾ ਸ਼ੌਂਕ ਸੀ। ਉਹਨਾਂ ਘੋੜੀ ਰੱਖੀ ਹੁੰਦੀ ਸੀ ਘਰੇ, ਤਾਂ ਜੇ ਮੈਂ ਉੱਥੋਂ ਆਉਣਾ ਉੱਥੋਂ ਆ ਕੇ ਚਲਾਉਣੀ। ਫਿਰ ਮੇਰੇ ਮਾਮਾ ਜੀ ਨੇ ਰਾਏਪੁਰੇ ਕੈਪਟਨ ਗਿੱਲ, ਉਹਨਾਂ ਕੋਲ ਹੁੰਦੀ ਸੀ, ਜੇ ਉੱਥੇ ਚਲਾ ਕੇ ਨਾਨਕੇ ਉੱਥੇ ਚਲਾਉਣੀ। ਤਾਂ ਬਾਕੀ ਸਾਡਾ ਮਹਾਰਾਜ ਸਾਹਿਬ ਦੇ ਕਾਫੀ ਆਉਣ ਜਾਣ ਸੀਗਾ ਜੀ, ਤਾਂ ਉੱਥੇ ਜਾ ਕੇ ਉਦੋਂ ਬਲਵੀਰ ਸਿੰਘ ਜੀ ਹੁੰਦੇ ਸੀ ਕੈਪਟਨ, ਉਹਨਾਂ ਦੇ ਇੰਚਾਰਜ ਹੁੰਦੇ ਸੀ ਉੱਥੇ ਘੋੜਿਆਂ ਦੇ। ਉਹਨਾਂ ਕੋਲ ਕਾਫੀ ਡੈਡੀ ਦਾ ਪ੍ਰੇਮ ਸੀ, ਉਹਨਾਂ ਕੋਲ ਬੈਠੇ ਰਹਿਣਾ, ਤਾਂ ਘੋੜਿਆਂ ਬਾਰੇ ਗੱਲਾਂ ਹੋਈ ਜਾਣੀਆਂ। ਤਾਂ ਮਤਲਬ ਬਚਪਨ ਤੋਂ ਇਹ ਚੀਜ਼ ਦੀ ਖਿੱਚ ਸੀ। ਪਰ ਗੱਲ ਕੀ, ਸ਼ੌਂਕ ਸੀਗਾ, ਦਿਲ ਕਰਦਾ ਸੀ, ਪਰ ਮੈਂ ਮਤਲਬ ਰੱਖਣ ਦਾ ਜੇ ਸੀਗਾ ਨਹੀਂ, ਸਿਸਟਮ ਸੈੱਟ ਨਹੀਂ ਸੀ ਉਦੋਂ। ਤਾਂ ਬਾਅਦ 'ਚੋਂ ਇੱਕ ਟਾਈਮ ਆ ਗਿਆ ਮੈਨੂੰ, ਮੈਂ ਬਹਾਦਰਗੜ੍ਹ ਸਾਹਿਬ ਜਾਂਦਾ ਸੀ, ਤਾਂ ਉੱਥੇ ਸੰਤ ਬਾਬਾ ਦੀਵਾਨ ਸਿੰਘ ਜੀ ਹੁੰਦੇ ਸੀਗੇ ਅਤੇ ਸਰੀਰ ਤਿਆਗ ਗਏ। ਉਹਨਾਂ ਨੇ ਮੈਨੂੰ, ਉਹਨੂੰ ਵੀ ਬੜਾ ਪਿਆਰ ਸੀ ਘੋੜਿਆਂ ਨਾਲ, ਉਹਨਾਂ ਬਹੁਤ ਪਿਆਰ ਸੀ। ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮਨਪ੍ਰੀਤ ਤੂੰ ਆ ਘੋੜੀ ਲੈ ਜਾ। ਅਤੇ ਮੈਂ ਖੁਸ਼ ਤਾਂ ਬਹੁਤ ਸੀਗਾ ਜੀ, ਅਤੇ ਮੇਰੇ ਘਰ ਦੇ ਹਜੇ ਮੰਨਦੇ ਨਹੀਂ ਸੀਗੇ ਘੋੜੀ ਰੱਖਣ ਨੂੰ। ਅਤੇ ਚਲੋ ਜੀ, ਉਹਨਾਂ ਦੇ ਬਚਨ ਹੋਣ ਕਰਕੇ ਮੋੜਿਆ ਨਹੀਂ ਗਿਆ ਅਤੇ ਲੈ ਕੇ ਆ ਗਏ। ਜਦੋਂ ਲਿਆਏ ਬੜਾ ਚਾਅ ਸੀਗਾ ਜੀ, ਪੂਰਾ ਲੱਗੇ। ਪਰ ਮੈਨੂੰ ਉਸ ਟਾਈਮ ਬਿਜ਼ਨਸ ਬਾਰੇ ਨਹੀਂ ਪਤਾ ਸੀ, ਸਿਰਫ ਇੱਕ ਘੋੜੀਆਂ ਦਾ ਪਤਾ ਸੀ, ਰਾਈਡਿੰਗ ਦਾ ਪਤਾ ਸੀਗਾ। ਆ ਗਈ ਘੋੜੀ, ਚੱਲਦੇ ਰਹੇ। ਤਾਂ ਮੇਰਾ ਇੱਕ ਭਰਾ ਹੈ ਆਪਣੇ, ਵੱਡਾ ਵੀਰ ਆ ਗੁਰਪੇਜ ਲਾਡੀ ਵਿਰਕ ਪਿੰਡ ਤੋਂ, ਉਹਨਾਂ ਨੂੰ ਬਹੁਤ ਪੁਰਾਣਾ ਸ਼ੌਂਕ, ਉਹਨਾਂ ਦਾ ਪਰਿਵਾਰ ਬਹੁਤ ਪੁਰਾਣੀ ਰੱਖਦਾ ਆ ਰਿਹਾ ਸੀ। ਕਿਉਂਕਿ ਤੁਹਾਨੂੰ ਪਤਾ ਪਹਿਲਾਂ ਹਰ ਘਰ 'ਚ ਘੋੜੀ ਹੁੰਦੀ ਸੀ, ਤਾਂ ਇਹ ਇੱਕ ਖਾਨਦਾਨੀ ਹੋਈ ਆ ਪੰਜਾਬੀਆਂ ਨਾਲ ਜੁੜਿਆ ਹੋਇਆ, ਠੀਕ ਹੈ ਨਹੀਂ। ਹਰ ਜ਼ਿਮੀਂਦਾਰ, ਹਰ ਪੰਜਾਬੀ ਦੇ ਘਰ 'ਚ ਪਿਛੋਕੜ 'ਚ ਘੋੜੀ ਸੀ, ਪਾਕਿਸਤਾਨ ਤੋਂ ਵੀ ਲੈ ਕੇ ਆਏ ਨੇ, ਹੈ ਨਾ। ਤਾਂ ਕੀ ਸੀ, ਉਹਨੂੰ ਵੀ ਬਹੁਤ ਸ਼ੌਂਕ ਸੀ ਸ਼ੁਰੂ ਤੋਂ। ਫਿਰ ਉਹਨਾਂ ਮੈਨੂੰ ਗਾਈਡ ਕੀਤਾ ਵੀ ਤੂੰ ਆਹ ਕਰ ਵੀ ਆਪਾਂ ਅੱਗੋਂ, ਜਿਵੇਂ ਮੈਨੂੰ ਸਮਝਾਉਂਦੇ ਰਹੇ, ਮੈਂ ਚੱਲਦਾ ਰਿਹਾ। ਫਿਰ ਹੌਲੀ ਹੌਲੀ ਚਲੋ ਜੀ, ਜਦੋਂ ਉਹਨਾਂ ਨੂੰ ਅੱਗੇ ਅਸੀਂ ਵਧਾਉਂਦੇ ਰਹੇ, ਜਾਨਵਰ ਮਿਲਦੇ ਰਹੇ, ਤਾਂ ਜਿਵੇਂ ਜਿਵੇਂ ਬਾਹਰ ਨਿਕਲਣ ਲੱਗ ਗਏ, ਸ਼ੋਅ ਪਤਾ ਲੱਗਣ ਲੱਗ ਗਿਆ ਵੀ ਸ਼ੋਅ ਹੁੰਦੇ ਇਹਨਾਂ ਦੇ, ਘੋੜਿਆਂ ਦੇ ਸ਼ੋਅ ਹੁੰਦੇ ਨੇ, ਤਾਂ ਉਹਨਾਂ 'ਚ ਕੁਆਲਿਟੀ ਲੈਵਲ ਕਿਵੇਂ ਦੀ ਹੁੰਦੀ ਹੈ। ਪਹਿਲਾਂ ਅਸੀਂ ਜਿਹੜੇ ਸੀਗੇ ਉਹਨਾਂ ਨਾਲ ਪਾਰਟੀਸਪੇਟ ਕਰਨ ਲੱਗ ਪਏ। ਤਾਂ ਜਦੋਂ ਉਹ ਘੋੜਿਆਂ ਨਾਲ ਪਾਰਟੀਸਪੇਸ਼ਨ ਕਰਨ ਲੱਗੇ, ਹੁਣ ਉਦੋਂ ਪਤਾ, ਜਿਵੇਂ ਜਿਵੇਂ ਜਿੰਨੀ ਕੁ ਨੌਲੇਜ ਹੁੰਦੀ ਸੀ ਉਵੇਂ ਜਾਈਦਾ ਸੀ। ਤਾਂ ਉੱਥੇ ਸਿੱਖਣ ਨੂੰ ਮਿਲਦਾ ਸੀਗਾ ਵੀ ਨਹੀਂ, ਇਹਦੇ 'ਚ ਤੁਹਾਨੂੰ ਆਹ ਗਰਦਨ ਵਹਿੰਦੇ ਆ, ਕੰਨ ਵਹਿੰਦੇ ਆ, ਇਹਦੇ ਕਰੈਕਟਰ ਹੁੰਦੇ ਆ ਘੋੜਿਆਂ ਦੇ। ਕਿਉਂਕਿ ਉਦੋਂ ਸਾਡੇ ਲਈ ਤਾਂ ਇੱਕੋ ਬਰਾਬਰ ਸੀ ਘੋੜੀ। ਤਾਂ ਸਿਰਫ ਸਾਨੂੰ ਕੀ ਲੱਗਦਾ ਸੀ ਵੀ ਮੋਟੇ ਘੋੜੇ ਦੀ ਕੁਆਲਿਟੀ ਜਿੱਤ ਕੇ ਆਊਗਾ ਜਿਹੜਾ ਰਾਜੀ ਹੈ, ਤਾਂ ਅਸੀਂ ਰਾਜੀ ਕਰਕੇ ਰੱਖ ਦੇਣਾ ਕਰਨਾ। ਤਾਂ ਜਿਵੇਂ ਜਿਵੇਂ ਨਿਕਲਦੇ ਰਹੇ, ਜ਼ਿਲ੍ਹੇ ਤੋਂ ਬਾਅਦ 7 ਜ਼ਿਲ੍ਹਿਆਂ ਦੇ ਸ਼ੋਅ 'ਚ ਪਾਰਟੀਸਪੇਸ਼ਨ ਕਰਨੀ। ਫਿਰ ਆਲ ਇੰਡੀਆ, ਜਿਵੇਂ ਆਪਣੇ ਮੁਕਤਸਰ ਹੁੰਦਾ ਸੀਗਾ, ਸ਼੍ਰੀ ਮੁਕਤਸਰ ਸਾਹਿਬ ਹੁੰਦੇ ਸੀਗੇ, ਉੱਥੇ ਜਾਣ ਲੱਗ ਪਏ। ਉੱਥੇ ਇੰਡੀਆ ਲੈਵਲ ਦੇ ਘੋੜੇ ਆਉਂਦੇ ਸੀ ਟੌਪ ਦੇ, ਪਤਾ ਲੱਗਦਾ ਸੀ ਵੀ ਵਾਕਈ ਇਹ ਘੋੜੇ ਨੇ। ਜਾਣਕਾਰੀ ਬਾਕੀ, ਕਿਉਂਕਿ ਆਪਾਂ ਜਿੰਨੀ ਕੁ ਨੌਲੇਜ, ਜਿੰਨਾ, ਕਿਉਂਕਿ ਕੁਛ ਗੱਲ ਇਹ ਹੈ ਵੀ ਆਪਣਾ ਜਿਹੜਾ ਪਟਿਆਲਾ ਹੈ ਨਾ ਜੀ, ਇਹਦੇ 'ਚ ਬਹੁਤ ਘੱਟ ਘੋੜੀਆਂ। ਜਿਵੇਂ ਤੁਸੀਂ ਲੁਧਿਆਣੇ ਚੱਲ ਜਾਓ, ਬਹੁਤ ਜ਼ਿਆਦਾ ਹੈ, ਮੁਕਤਸਰ ਸਾਹਿਬ ਚੱਲ ਜਾਓ, ਉੱਥੇ ਬਹੁਤ ਜ਼ਿਆਦਾ ਹੈ ਨਾ ਜੀ। ਤਾਂ ਉਸ ਏਰੀਏ 'ਚ ਬਹੁਤ ਜ਼ਿਆਦਾ, ਹਾਂ, ਉੱਧਰ ਮੰਡੀ ਹੁੰਦੀਆਂ ਨੇ, ਜਗਰਾਵਾਂ ਮੰਡੀਆਂ ਹੁੰਦੀਆਂ ਨੇ। ਤਾਂ ਆਪਣੇ ਥੋੜ੍ਹੀਆਂ ਘੱਟ ਹੋਣ ਕਰਕੇ ਬਹੁਤ ਘੱਟ ਮਤਲਬ ਹਜੇ ਪਤਾ ਸੀਗਾ। ਤਾਂ ਉੱਥੇ ਜਾ ਕੇ ਪਤਾ ਲੱਗਣ ਲੱਗਾ ਵੀ ਹਾਂ, ਇਹਨਾਂ ਨੇ ਕੱਦ ਕਾਠੀ ਦੇ ਵੀ ਘੋੜੇ ਹੁੰਦੇ ਆ, ਜਾਂ ਇਹਨਾਂ ਨੇ ਬੇਸ਼ਕੀਮਤੀ ਘੋੜੇ ਹੁੰਦੇ ਆ, ਜਾਂ ਮਤਲਬ ਘੋੜੀ, ਆਹ ਚੀਜ਼ਾਂ ਵੀ ਮਤਲਬ ਵੇਖੀਆਂ ਜਾਂਦੀਆਂ ਘੋੜੀਆਂ 'ਚ, ਨਹੀਂ। ਤਾਂ ਜਿਵੇਂ ਜਿਵੇਂ ਐਕਸਪੋਜਰ ਹੋਣ ਲੱਗ ਗਿਆ, ਤਾਂ ਹੌਲੀ ਹੌਲੀ ਜਿਵੇਂ ਜਿਵੇਂ ਸਿੱਖੀ ਗਏ, ਆਪਾਂ ਉਹਨੂੰ ਇੰਪਰੂਵਮੈਂਟ ਆਪਣੇ ਨੂੰ ਕਰਦੇ ਰਹੇ ਵੀ ਚੰਗੇ ਘੋੜੇ ਦਿਖਾਉਣ ਲੱਗ ਗਏ, ਘੋੜੀਆਂ ਨੂੰ ਮਿਲਣ ਲੱਗ ਗਈਆਂ। ਅਤੇ ਆਪ ਨਵੀਂ ਬਰੀਡਿੰਗ ਕਰਕੇ ਨਵੀਆਂ ਘੋੜੀਆਂ ਵਧੀਆ ਪਤਾ ਲੱਗਣ ਲੱਗ ਗਈਆਂ ਵੀ ਆਪਾਂ ਆਹ ਚੀਜ਼ ਖਰੀਦਣੀ ਹੈ। ਫਿਰ ਆਪਾਂ ਉਵੇਂ ਲੈ ਕੇ ਫਾਰਮ ਨੂੰ ਹੌਲੀ ਹੌਲੀ ਮਤਲਬ ਬਣਾਉਂਦੇ ਅੱਜ ਤੁਹਾਡੇ ਆ ਸਟੇਜ 'ਤੇ ਮਤਲਬ ਪਹੁੰਚ ਗਏ। ਬਾਈ ਜੀ, ਜੋ ਤੁਹਾਡੇ ਕੋਲ ਮਾਰਵਾੜੀ ਨਸਲ ਦਾ ਘੋੜਾ, ਇਹ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਘੋੜੇ ਬਾਰੇ ਜਾਣਕਾਰੀ ਦਿਓ, ਅਤੇ ਕਿਵੇਂ ਪਾਰਟੀਸ਼ਨ ਹੋਈ ਸੀ, ਕਿਵੇਂ ਉੱਥੇ ਨੰਬਰ ਪਿਆ ਸੀ ਜੋਧਪੁਰ ਜਿੱਥੋਂ ਘੋੜਾ ਜਿੱਤ ਕੇ ਆਇਆ, ਅਤੇ ਇਹ ਜੋ ਬੱਚਾ ਸੀ ਤੁਸੀਂ ਆਪ ਪਾਲਿਆ ਸੀ ਜਾਂ ਪਲਿਆ ਪਲਾਇਆ ਕਿਸ ਤੋਂ ਲਿਆ ਸੀ? ਇਹ ਜੀ, ਇਹ ਆਪਣੇ ਘਰ ਦਾ ਜਨਮ ਹੈ ਬਸ਼ੇਰੇ ਦਾ। ਇਹ ਘੋੜਾ ਸੀਗਾ, ਪੂਰਾ ਹੋ ਗਿਆ, ਸੰਤ ਸੀਗੇ ਆਪਣਾ ਅਲਵਰ ਬਾਬਾ ਹੈਗੇ ਨੇ, ਮਤਲਬ ਬਾਬਾ ਅਲਵਰ ਦਾਸ 'ਚ ਨਾ ਬਾਬਾ ਆਚਾਰਿਆ ਜੀ ਨੇ, ਬਾਲਕ ਦਾਸ ਜੀ ਦੇ ਸੰਪਰਦਾ ਦੇ ਅਲਵਰ। ਤਾਂ ਉਹਨਾਂ ਕੋਲ ਘੋੜਾ ਸੀ ਚੇਤਨ, ਲਾਸਟ ਈਅਰ ਐਕਸਪਾਇਰ ਹੋਇਆ। ਬਹੁਤ ਖੂਬਸੂਰਤ ਘੋੜਾ ਸੀ, ਬਹੁਤ ਹੀ ਜ਼ਿਆਦਾ ਖੂਬਸੂਰਤ ਸੀ। ਅਤੇ ਮੇਰੇ ਮਨ ਨੂੰ, ਜੋ ਮੈਂ ਪਹਿਲੀ ਵਾਰ ਮੁਕਤਸਰ ਸਾਹਿਬ ਜਦੋਂ ਗਿਆ ਸੀ, ਮੈਂ ਸ਼ੋਅ ਵੇਖਿਆ ਸੀ, ਤਾਂ ਉੱਥੇ ਉਹ ਜਿੱਤਿਆ ਸੀ। ਅਤੇ ਮੈਂ ਪਹਿਲਾ ਘੋੜਾ ਮੇਰੇ ਮਤਲਬ ਜੋ ਮਨ ਨੂੰ ਭਾਉਂਦਾ, ਤਾਂ ਮੇਰੀ ਰੀਸ ਇਹ ਤੋਂ ਬੱਚਾ ਲੈਣਾ। ਅਤੇ ਚਲੋ ਪਰਮਾਤਮਾ ਨੂੰ ਆਇਆ ਵੀ। ਅਤੇ ਜਦੋਂ ਇਹ ਬੱਚਾ ਚਲੋ ਆਪਣੇ ਘਰ 'ਚ ਜਨਮ ਸੀ, ਬਚਪਨ ਤੋਂ ਹੀ ਦਿਖਾਉਣ ਲੱਗ ਗਿਆ ਸੀ ਵਾਕਈ ਚੀਜ਼ ਇੱਕ ਅਲੱਗ ਚੀਜ਼ ਬਣੂਗਾ, ਕਿਉਂਕਿ ਪਤਾ ਲੱਗਣ ਲੱਗ ਜਾਂਦਾ ਬੱਚੇ ਦਾ, ਉਹਦੇ ਖੜਨ ਦਾ, ਉਹਦੇ ਐਟੀਟਿਊਡ ਦਾ। ਅਤੇ ਕੁਛ ਮੇਰੇ ਪਰਿਵਾਰ 'ਚੋਂ, ਮੇਰੇ ਸਾਰੇ ਪਰਿਵਾਰ ਨੇ ਹੀ ਮੇਰੇ ਨਾਲ ਸਪੋਰਟ ਕੀਤੀ ਹੈ ਜੀ। ਕਿਉਂਕਿ ਕਈ ਵਾਰ ਅੰਦਰ ਬਾਹਰ ਵੀ ਹੋਣਾ, ਤਾਂ ਮੇਰੇ ਈਵਨ ਮਤਲਬ ਮੇਰੇ ਬੱਚਿਆਂ ਨੇ, ਮੇਰੀ ਵਾਈਫ ਨੇ, ਮੇਰੇ ਮਦਰ ਜਾਂ ਕੋਈ ਵੀ ਨੇ, ਤਾਂ ਉਹਨਾਂ ਨੂੰ ਮਤਲਬ ਉਹਨਾਂ ਨੇ ਪੂਰਾ ਆਪਣਾ ਰੋਲ ਸਮਝਦੇ ਸੀ। ਤਾਂ ਖਾਣਾ ਪੀਣਾ, ਜੇ ਕਈ ਵਾਰ ਆਪਾਂ 12 ਤਾਂ ਚੈੱਕ ਕਰਨਾ ਵੀ ਹਾਂ ਠੀਕ ਆ, ਬੁਖਾਰ ਤਾਂ ਨਹੀਂ, ਲੰਘਦੇ ਟੱਪਦੇ, ਮਤਲਬ ਇੱਕ ਮੋਹ ਨਾਲ ਪਿਆਰ ਆ ਵੀ ਬਹੁਤ ਹੈ ਜੀ,
ਤੇ ਸਮਝਦਾਰ ਬਹੁਤ ਆ। ਤਾਂ ਚਲੋ ਜੀ ਉਹ ਜਿਵੇਂ ਜਿਵੇਂ ਉਹਨੂੰ ਵਧੀਆ ਪਾਲਣ ਪੋਸ਼ਣ ਦਿੱਤਾ ਤਾਂ ਉਹ ਉਵੇਂ ਹੀ ਖੂਬਸੂਰਤ ਬਣਦਾ ਗਿਆ। ਤੇ ਉਹਦੀ ਸਫਾਈ ਦਾ ਧਿਆਨ ਰੱਖਣਾ ਡੇਲੀ, ਕਿਉਂਕਿ ਰੋਜ਼ ਦੀ ਰੋਜ਼ ਧਿਆਨ ਰੱਖਣਾ ਪੈਂਦਾ। ਇਹ ਵੇਖੋ ਇਹਨਾਂ ਨੂੰ ਚਲੋ ਜਿਹੜੀ ਮੈਸਾਂ ਡੰਗਰ ਨੇ ਉਹਨਾਂ ਦਾ ਹਜੇ ਸਰ ਜਾਂਦਾ, ਘੋੜਿਆਂ ਲਈ ਥੋੜ੍ਹਾ ਜਿਹਾ ਇਹ ਹੈ ਵੀ ਸਮਾਂ ਜ਼ਿਆਦਾ ਮੰਗਦੇ ਨੇ, ਤੁਹਾਨੂੰ ਪ੍ਰੋਪਰਲੀ ਕੇਅਰ ਕਰਨੀ ਪੈਂਦੀ ਆ। ਠੀਕ ਹੈ ਜੀ। ਚਲੋ ਉਹ ਵੀ ਜਿਹੜੇ ਮੱਝਾਂ ਨੇ ਇਹਨਾਂ ਦੀ ਵੀ ਇੱਕ ਬਹੁਤ ਵਧੀਆ ਮਤਲਬ ਚੀਜ਼ ਹੈ, ਆਪਣੀ ਡੇਲੀ ਨੀਡ ਆ। ਤੇ ਬਾਈ ਜੀ ਜਦੋਂ ਜੋਧਪੁਰ, ਉਹ ਸਾਨੂੰ ਪ੍ਰਕਿਰਿਆ ਦੱਸੋ ਕਿ ਕਿਵੇਂ ਜੋਧਪੁਰ ਜੋ ਮੁਕਾਬਲਾ ਸੀ ਘੋੜਿਆਂ ਦਾ, ਕਿਵੇਂ ਉੱਥੋਂ ਚੋਣ ਹੁੰਦੀ ਹੈ, ਕਿਵੇਂ ਤੁਹਾਨੂੰ ਮੈਸੇਜ ਆਉਂਦਾ ਤੇ ਕਿਵੇਂ ਉੱਥੇ ਫਿਰ ਡਿਕਲੇਅਰ ਹੁੰਦੇ ਨੇ ਘੋੜੇ? ਦੇਖੋ ਜਿਹੜਾ ਜੋਧਪੁਰ ਸੀ ਇਹ ਗਵਰਨਮੈਂਟ ਆਫ ਰਾਜਸਥਾਨ ਦੇ ਨਗਰ ਨਿਗਮ ਜੋਧਪੁਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸ਼ੋਅ, ਸਰਕਾਰੀ ਸੀਗਾ ਇਹ। ਤਾਂ ਕੀ ਹੈ ਜਦੋਂ ਸ਼ੋਅ ਕਰਦੀ ਹੈ ਉਹਨਾਂ ਦੀ ਕਮੇਟੀ ਹੁੰਦੀ ਹੈ, ਸੁਸਾਇਟੀ ਹੁੰਦੀ ਹੈ, ਤਾਂ ਉਹ ਮਤਲਬ ਰਿਲੀਜ਼ ਕਰ ਦਿੰਦੇ। ਅੱਜ ਕੱਲ੍ਹ ਜਿਵੇਂ ਹੁਣ ਤਾਂ ਮਾਧਿਅਮ ਬਹੁਤ ਨੇ, ਫੇਸਬੁੱਕ ਤੇ WhatsApp ਤੇ ਉਦੋਂ ਇਨਵੀਟੇਸ਼ਨ ਆ ਜਾਂਦੇ ਆ। ਤੇ ਫਿਰ ਉੱਥੇ ਕੀ ਹੁੰਦਾ ਜੀ, ਜੱਜਾਂ ਦਾ ਇੱਕ ਪੈਨਲ ਹੁੰਦਾ, ਉਹਦੇ 3 ਜੱਜ ਹੁੰਦੇ ਨੇ, 5 ਤੱਕ 5 3 ਹੁੰਦੇ ਜੱਜ ਹੁੰਦੇ, ਕਈਆਂ ਥਾਵਾਂ 'ਤੇ 5 ਹੁੰਦੇ, ਕਈਆਂ 3 ਹੁੰਦੇ ਆ। ਤਾਂ ਉਹ ਪ੍ਰੋਪਰ ਇਹਨਾਂ ਦੇ ਸਪੈਸ਼ਲਿਸਟ ਹੁੰਦੇ ਨੇ ਮਾਰਵਾੜੀ ਘੋੜਿਆਂ ਦੇ। ਤਾਂ ਉਹ ਜਦੋਂ ਪਤਾ ਲੱਗਦਾ ਵੀ ਡੇਟਸ ਆ ਜਾਂਦੀਆਂ ਨੇ, ਫਿਰ ਆਪਾਂ ਉੱਥੇ ਪਾਰਟੀਸਪੇਸ਼ਨ ਲਈ ਜਿਵੇਂ ਅਸੀਂ ਗਏ ਜੋਧਪੁਰ, ਤਾਂ ਜਦੋਂ ਰਿੰਗ ਸੀਗੀ ਸਾਡੀ, ਜਿਵੇਂ 24 ਤਰੀਕ ਨੂੰ ਸੀਗੀ ਸਾਡੀ ਨਾ, ਕੈਟਾਗਰੀਆਂ 3 ਕੈਟਾਗਰੀਆਂ ਸੀ। ਮਿਲਕ ਟੀਥ ਹੁੰਦੀ ਹੈ, ਟੂ ਟੀਥ ਹੁੰਦੀ ਹੈ, ਤੇ ਇੱਕ ਵੱਡੇ ਘੋੜਿਆਂ ਦੀ ਹੁੰਦੀ ਹੈ। ਤੇ ਜਦੋਂ ਉੱਥੇ ਸੀਗੀ, ਉੱਥੇ ਮਿਲਕ ਟੀਥ ਤੇ ਟੂ ਟੀਥ ਕੈਟਾਗਰੀ ਇਕੱਠੀ ਸੀਗੀ, ਤੇ ਉਹਦੇ 'ਚ ਆਪਣੀ ਪਾਰਟੀਸਪੇਸ਼ਨ ਦੀ ਵਿਰਾਜ ਦੀ, ਕਿਉਂਕਿ ਅਜੇ ਬਸ਼ੇਰਿਆਂ 'ਚ ਹੈ, ਹਜੇ ਘੋੜਾ ਮਤਲਬ ਇਹ ਬਣੂਗਾ ਤਕਰੀਬਨ ਹਜੇ ਅੱਗੇ ਜਾ ਕੇ 5 ਸਾਲ ਤੱਕ ਪ੍ਰੋਪਰ। ਪਰ ਇਹਦੀ ਕੈਟਾਗਰੀ ਤਕਰੀਬਨ ਅਗਲੇ 3-4 ਮਹੀਨੇ 'ਚ ਕੈਟਾਗਰੀ 'ਚ ਆ ਜਾਊਗਾ। ਹੁਣ ਇਹਦੀ ਤਕਰੀਬਨ 3.5 ਸਾਲ ਉਮਰ ਆਈ। ਤਾਂ ਕਿ ਉਹ ਫਿਰ ਜੋ ਕੈਟਾਗਰੀ 'ਚ ਪਰਫਾਰਮ ਕੀਤਾ, ਤਾਂ ਉੱਥੇ ਉਹ ਜੱਜਾਂ ਦੇ ਪੈਨਲ ਨੇ ਵਹਿੰਦੇ ਨੇ ਇਹਨਾਂ 'ਚ। ਤਾਂ ਜਿਵੇਂ ਪੈਰਾਂ ਤੋਂ ਸੁੰਮਾਂ ਤੋਂ ਸ਼ੁਰੂ ਹੋ ਜਾਂਦੇ ਨੇ, ਸੁੰਮ ਤੋਂ ਲੈ ਕੇ ਉਹਦੀ ਬਾਡੀ ਕਨਫਰਮੇਸ਼ਨ, ਉਹਦੀ ਮਾਰਕਿੰਗ, ਉਹਦੇ ਕੰਨ, ਉਹਦੀ ਗਰੋਮਿੰਗ ਕਿੰਨੀ ਸਫਾਈ ਹੈ ਉਹਦੇ 'ਚ, ਉਹਦਾ ਚਲਾ ਕੇ ਦੇਖਦੇ ਨੇ ਵੀ ਉਹਦੇ ਪੈਰ ਸਹੀ ਨੇ, ਵੀ ਆਊਟ ਤਾਂ ਨਹੀਂ ਕਰਦਾ, ਉਹਦੇ ਕੋਈ ਇੰਜਰੀ ਤਾਂ ਨਹੀਂ ਹੈਗੀ, ਵੀ ਇਹਨੂੰ ਸੰਭਾਲ ਰੱਖਿਆ। ਠੀਕ ਹੈ ਜੀ। ਉਹਦੇ ਹੈਂਡਲਰ ਦੇ ਨੰਬਰ ਹੁੰਦੇ ਨੇ ਵੀ ਜਿਹੜਾ ਮਤਲਬ ਖੜਾ ਉਹਨੂੰ ਲੈ ਕੇ ਪ੍ਰੋਪਰ ਹੈਂਡਲ ਕਰ ਰਿਹਾ, ਸਹੀ ਕਰ ਰਿਹਾ, ਉਹਦੇ ਮੂੰਹ 'ਚ ਬਿੱਟ ਸਹੀ ਪਾਈ ਆ, ਉਹਦੇ ਦੰਦਾਂ ਤੱਕ ਵੇਖਿਆ ਜਾਂਦਾ ਵੀ ਦੰਦ ਬਾਈਟ ਆਊਟ, ਐਵੇਂ ਕਈ ਚੀਜ਼ਾਂ ਨੇ, ਬਹੁਤ ਬਰੀਕੀ ਜਾਣਾ ਪੈਂਦਾ। ਠੀਕ ਹੈ ਜੀ। ਤਾਂ ਕਿ ਲੇਮ ਤਾਂ ਨਹੀਂ ਹੈਗਾ, ਬਹੁਤ ਕੁਛ ਵੇਖਦੇ ਨੇ ਉਹਦੇ 'ਚ। ਤਾਂ ਉਹ ਜੱਜਾਂ ਦਾ ਪੈਨਲ ਫਿਰ ਉਹ 'ਚ ਡਿਸਾਈਡ ਕਰਦਾ ਵੀ ਜਿਹੜੇ ਜਿੰਨੇ ਘੋੜੇ ਖੜੇ ਹੁੰਦੇ ਨੇ ਵੀ ਕਿਵੇਂ ਉਹਨਾਂ ਦੀ ਮਾਰਕਿੰਗ ਹੁੰਦੀ, ਜਿਵੇਂ ਸਾਰਿਆਂ 'ਚ ਮਾਰਕ ਕਰ ਲੈਣਗੇ ਵੀ ਇਹਨਾਂ ਦੇ ਪੈਰ ਸਾਰਿਆਂ ਦੀ ਲੱਤਾਂ ਠੀਕ ਨੇ, ਜਿਵੇਂ ਜਿਵੇਂ ਪੁਆਇੰਟਸ ਲੱਗ ਜਾਂਦੇ ਆ, ਫਿਜ਼ੀਕਲੀ ਤੌਰ 'ਤੇ ਪੁਆਇੰਟਸ ਲੱਗਦੇ ਨੇ, ਫਿਜ਼ੀਕਲੀ ਫਿਟਨੈਸ ਵੇਖੀ ਜਾਂਦੀ, ਰੇਸ਼ਾ ਦਾ ਨਹੀਂ ਕਿਸੇ ਦੇ ਹੈਗਾ। ਠੀਕ ਹੈ ਨਹੀਂ, ਕਿਸੇ ਦੇ ਕੰਨ, ਕਿਉਂਕਿ ਕੰਨ ਜਿਹੜੇ ਨੇ ਉਹ ਨਾ ਅੱਗੇ ਹੋਣੇ ਚਾਹੀਦੇ ਨੇ ਨਾ ਪਿੱਛੇ ਹੋਣੇ ਚਾਹੀਦੇ, ਨਾ ਓਵਰਲੈਪਿੰਗ ਹੋਣੇ ਚਾਹੀਦੇ ਨੇ। ਠੀਕ ਹੈ। ਫੇਸ ਪ੍ਰੋਫਾਈਲ ਸਿੱਧੀ ਹੋਣੀ ਚਾਹੀਦੀ ਹੈ ਨਾ ਜੀ। ਤਾਂ ਬੜਾ ਉਹਦੇ 'ਚ ਬਹੁਤ ਪੁਆਇੰਟਸ ਨੇ, ਇੱਕ ਫਿਰ ਲਿਸਟ ਹੁੰਦੀ ਉਹਦੇ ਅਕੋਰਡਿੰਗ ਟੂ ਜੱਜ ਆਪਦੇ ਹਿਸਾਬ ਨਾਲ ਨੰਬਰ ਲਾਉਂਦੇ ਆ। ਫਿਰ ਉਹ ਜਿਹੜਾ ਨੰਬਰਾਂ ਦੀ ਲੀਡ ਲੈਂਦਾ ਉਵੇਂ ਉਹਨੂੰ ਫਿਲਟਰ ਕਰਕੇ ਫਿਰ ਉਹਨਾਂ 'ਚ ਕਈਆਂ 'ਚ ਫਿਰ ਟੈਂਪਰਮੈਂਟ ਚੈੱਕ ਕਰ, ਜਦੋਂ ਕਈ ਵਾਰ ਨੇੜੇ ਕੋਈ ਪੁਆਇੰਟਾਂ ਦਾ ਫਰਕ ਹੁੰਦਾ ਜੀ। ਦੇਖੋ ਮਾੜਾ ਕੋਈ ਜਾਨਵਰ ਨਹੀਂ ਜਿਹੜਾ ਰਿੰਗ 'ਚ ਪਾਰਟੀਸਪੇਟ ਕਰਨ ਆ ਰਿਹਾ, ਕੋਈ ਕਿਸੇ ਚੀਜ਼ 'ਚ ਵਧੀਆ ਹੋਊਗਾ, ਕੋਈ ਕਿਸੇ 'ਚ ਹੋਊਗਾ। ਉੱਥੇ ਜਦੋਂ ਰਿੰਗ ਲੱਗਦੀ ਉਦੋਂ ਤਾਂ ਮਾਈਨਰ ਪੁਆਇੰਟਾਂ ਦੀ ਗੇਮ ਹੁੰਦੀ ਹੈ ਜੀ। ਉੱਥੇ ਇਹ ਨਹੀਂ ਹੁੰਦਾ ਜੀ ਵੀ ਇੱਕ ਪਾਸਾ ਹੀ ਹੋ ਜਾਂਦਾ ਨਾ, ਉੱਥੇ ਮਾਈਨਰ ਪੁਆਇੰਟਾਂ ਦੀ ਕੰਮ ਹੁੰਦਾ। ਬੜੀ ਜਿੱਦ ਬਹਿਸ ਹੁੰਦੀ ਕਈ ਵਾਰ ਮਾਲਕਾਂ ਦੀ ਚੀਜ਼ਾਂ ਨਾਲ, ਬਹੁਤ ਕੁਛ ਹੁੰਦਾ ਜੀ। ਖੈਰ ਹੈ ਨਾ ਜੀ। ਤਾਂ ਕੀ ਹੈ, ਉਹ ਬੜੇ ਪੁਆਇੰਟਾਂ ਦੀ ਗੇਮ ਆ। ਤਾਂ ਉੱਥੇ ਕੀ ਹੈ, ਫਿਰ ਉਹਦਾ ਟੈਂਪਰਾਮੈਂਟ ਲਵਾ ਕੇ ਵੇਖਦੇ ਨੇ, ਫਿਰ ਆਡੀਅנס ਦੀ ਵੀ ਕਈ ਵਾਰ ਸਲਾਹ ਲਈ ਜਾਂਦੀ ਹੈ। ਤੇ ਜੱਜ ਪੈਨਲ ਬਾਅਦ ਇੱਕ ਹੋਰ ਜੱਜ ਪੈਨਲ ਹੁੰਦਾ, ਕਈ ਵਾਰ ਉਹਨਾਂ ਨੂੰ ਨਾਲ ਲੈ ਕੇ ਸਲਾਹ ਕੀਤੀ ਜਾਂਦੀ ਹੈ। ਤਾਂ ਫਿਰ ਉਹਦੇ ਆਧਾਰ 'ਤੇ ਪੁਆਇੰਟਸ ਜਦੋਂ ਜੋੜ ਕੇ ਤੇ ਜਿਹੜਾ ਵਧੀਆ ਬੈਸਟ ਨਿਕਲਦਾ, ਫਿਰ ਉਹਨੂੰ ਅੱਗੇ ਕਰਕੇ ਮਾਰਕਿੰਗ ਕੀਤੀ ਜਾਂਦੀ ਹੈ। ਬਾਈ ਜੀ ਤੁਹਾਡੇ ਕੋਲ ਆਹੀ ਘੋੜਾ ਕਿ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਘੋੜੇ ਘੋੜੀਆਂ ਬਛੇਰੇ ਰੱਖੇ ਹੋਏ ਨੇ? ਨਹੀਂ, ਮੇਰੇ ਕੋਲ ਤਕਰੀਬਨ 8 ਜਾਨਵਰ ਹੈਗੇ ਜੀ, 8-9 ਜਾਨਵਰ ਨੇ ਮੇਰੇ ਕੋਲ। 4 ਤਾਂ ਘੋੜੀਆਂ ਨਹੀਂ ਵੱਡੀਆਂ, ਤੇ ਬਸ਼ੇਰੀਆਂ ਹੀ ਮੇਰੇ ਕੋਲ 3। ਹੁਣ ਇੱਕ ਇਹਦਾ ਵੀ ਬੱਚਾ ਆਪਣੇ ਕੋਲ ਆਇਆ, ਬਹੁਤ ਖੂਬਸੂਰਤ ਬੱਚਾ ਆਇਆ, ਪਹਿਲਾ ਬੱਚਾ ਹੈ ਵਿਰਾਜ ਦਾ। ਤੇ ਅੱਗੇ ਵੀ ਕਾਫੀ ਘੋੜੀਆਂ ਇਹ ਤੋਂ ਕਵਰ ਕੀਤੀਆਂ ਹੋਈਆਂ, 20-22 ਘੋੜੀਆਂ ਕਵਰ ਕੀਤੀਆਂ ਹੋਈਆਂ ਨੇ। ਤੁਸੀਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਤੁਹਾਨੂੰ ਘਰ ਦੇ ਰੋਕਦੇ ਸੀ ਇਸ ਪਾਸੇ ਵੱਲ, ਘੋੜੇ ਤੇ ਘੋੜੀਆਂ ਵਾਲੀ ਲਾਈਨ ਤੋਂ। ਫਿਰ ਹੁਣ ਤੁਸੀਂ 8-9 ਘੋੜੇ ਕਰ ਲਏ ਤੇ ਹੁਣ ਨੰਬਰ 1 ਤੇ ਤੁਹਾਡਾ ਘੋੜਾ ਆਇਆ ਜੋਧਪੁਰ। ਹੁਣ ਫਿਰ ਘਰਦਿਆਂ ਨੂੰ ਮਾਣ ਨਹੀਂ ਹੁੰਦਾ? ਮੈਂ ਹੀ ਬਹੁਤ ਮਾਣ ਹੁੰਦਾ। ਜਦੋਂ ਮੇਰਾ ਘੋੜਾ 8th ਆਇਆ ਸੀਗਾ ਤਾਂ ਮੇਰੇ ਫਾਦਰ, ਕਿਉਂਕਿ ਇੱਕ ਟਾਈਮ ਆਇਆ ਸੀ ਜਦੋਂ ਮੈਨੂੰ ਬਾਹਰ ਹੀ ਨਿਕਲ ਗਿਆ ਸੀ ਰਿੰਗ ਤੋਂ। ਮੈਂ ਇੱਕ ਪਾਰਟੀਸਪੇਸ਼ਨ ਮੈਂ ਕੀਤੀ ਸੀ ਜਿਹਦੇ 'ਚ ਮੇਰਾ 15ਵੇਂ ਨੰਬਰ 'ਤੇ ਘੋੜਾ ਆਇਆ ਸੀ। ਤਾਂ ਮੇਰਾ ਬੇਟਾ ਮੇਰੇ ਨਾਲ ਗਿਆ ਸੀ, ਤੇ ਮੇਰੇ ਫਾਦਰ ਨੂੰ ਨਾ ਜਦੋਂ ਅਸੀਂ ਆਏ ਤਾਂ ਮਾਯੂਸ ਤਾਂ ਹੋਣਾ ਹੀ ਸੀਗਾ ਬਈ, ਕਿਉਂਕਿ ਹਰ ਬੰਦਾ ਆਸ ਨਾਲ ਜਾਂਦਾ। ਜਦੋਂ ਆਸ ਨਾਲ ਗਏ ਤਾਂ ਜਦੋਂ ਵਾਪਸ ਆਏ ਮਾਯੂਸ ਬਹੁਤ ਸੀਗੇ, ਹੈ ਨਾ ਜੀ। ਤਾਂ ਮੇਰੇ ਫਾਦਰ ਨੇ ਉਸੇ ਦਿਨ ਮੈਨੂੰ ਕਹਿ ਤਾ ਸੀ, ਕਹਿੰਦਾ ਤੂੰ ਪੁੱਤ ਜੋ ਮਰਜ਼ੀ ਕਰ, ਤੂੰ ਜ਼ਮੀਨ ਵੇਚ ਦੇ, ਤੂੰ ਕਰੋੜ ਰੁਪਏ ਦਾ ਘੋੜਾ ਲਿਆ, ਚਾਹੇ 2 ਕਰੋੜ ਦਾ ਲਿਆ, ਵੀ ਤੁਸੀਂ ਰਿੰਗ 'ਚ ਜਾਓ। ਕਿਉਂਕਿ ਮੇਰੇ ਨਾਲ ਮੇਰਾ ਬੇਟਾ ਵੀ ਜਾਂਦਾ ਜੀ, ਕਿਤੇ ਵੀ ਜਾਂਦਾ। ਤਾਂ ਉਹਨੂੰ ਇਹ ਸੀ ਵੀ ਤੂੰ ਘੋੜਾ, ਤੂੰ ਮੈਨੂੰ ਮਾਯੂਸ ਨਹੀਂ ਵੇਖ ਸਕਦੇ ਸੀ, ਬੇਟੇ ਨੂੰ ਮਾਯੂਸ ਨਹੀਂ ਵੇਖਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਤੂੰ ਜਾ ਕੇ ਜ਼ਮੀਨ ਵੇਚ, ਮੈਂ ਕਰਜ਼ਾ ਫੜ ਲੂੰਗਾ, ਮੈਂ ਕੁਛ ਕਰ ਦੂੰਗਾ, ਪਰ ਮੈਂ ਚਾਹੁੰਦਾ ਵੀ ਜਦੋਂ ਤੁਸੀਂ ਜਾਓ ਤਾਂ ਦੋਵੇਂ ਪਿਓ ਪੁੱਤਰ ਹੱਸਦੇ ਆਓ। ਹੌਸਲਾ ਦਿੱਤਾ। ਜਦੋਂ ਉਸ ਤੋਂ ਬਾਅਦ ਸੈਕਿੰਡ ਵਾਰ ਅਸੀਂ 8ਵੇਂ ਨੰਬਰ 'ਤੇ ਆਏ ਤਾਂ ਉਦੋਂ ਖੁਸ਼ ਹੋਏ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਪੁੱਤਰ ਤੂੰ ਟੈਨਸ਼ਨ ਨਾ ਲੈ, ਤੂੰ ਪੈਸੇ ਚੱਕ ਜਿੰਨੇ ਚਾਹੀਦੇ, ਵੀ ਤੁਸੀਂ ਇੱਕ ਦਿਨ ਸਵਾਦ ਆਓ ਜਿੱਦਾਂ ਦੀ ਫਸਟ ਆਓ। ਤਾਂ ਜਦੋਂ ਐਤਕੀ ਮੈਂ ਫਸਟ ਘੋੜਾ ਆਪਣਾ ਉੱਥੇ ਆਇਆ ਤਾਂ ਮੇਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਮਤਲਬ ਟਿਕਾਣਾ ਨਹੀਂ ਸੀ। ਤਾਂ ਜਦੋਂ ਮੇਰੇ ਮਤਲਬ ਮੈਂ ਬੇਟਾ ਨਾਲ ਨਹੀਂ ਗਿਆ ਸੀ ਕਿ ਦੂਰ ਸੀਗਾ, ਦਿਨ ਲੱਗਣੇ ਸੀ। ਤਾਂ ਮੇਰਾ ਵਾਈਫ ਨੂੰ ਜਦੋਂ ਪਤਾ ਲੱਗਾ, ਉਹਨੂੰ ਉਹਦੀ ਬੜੀ ਅਟੈਚਮੈਂਟ ਆ। ਤਾਂ ਮੇਰੇ ਬੇਟੇ ਨੂੰ ਤਾਂ ਖੁਸ਼ੀ ਨਾਲ ਇੰਨਾ ਹੋਇਆ, ਮੇਰੇ ਫਾਦਰ ਦੇ ਤਾਂ ਕੋਈ ਤਿਹਾ ਹੀ ਨਹੀਂ ਸੀ। ਉਹਨਾਂ ਨੂੰ ਇੰਨੀ ਖੁਸ਼ੀ ਹੋਈ, ਕਿਉਂਕਿ ਉਹਨਾਂ ਦੀ ਬੜੀ ਮੋਰਲ ਸਪੋਰਟ ਹੁੰਦੀ ਹੈ ਮਾਂ ਪਿਓ ਦੀ, ਘਰਦਿਆਂ ਦੀ।
ਜੇ ਮੈਂ ਥੋੜੇ ਸਮੇਂ 'ਚ ਰਾਈਜ਼ ਕੀਤਾ ਉਹਦਾ ਕਾਰਨ ਵੀ ਇਹੀ ਰਿਹਾ ਵੀ ਮੇਰੀ ਲਗਨ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਸਾਰੀ ਫੈਮਿਲੀ ਨੇ, ਤਾਂ ਕਿ ਉਹ ਰਾਈਜ਼ ਹੋਣ ਦਾ ਕਾਰਨ ਮੇਰੀ ਫੈਮਿਲੀ, ਤਾਂ ਉਹਨਾਂ ਨੂੰ ਜਿੰਨੀ ਖੁਸ਼ੀ ਹੋਈ ਤਾਂ ਮਤਲਬ ਬਿਆਨ ਨਹੀਂ ਕਰ ਸਕਦਾ। ਹੁਣ ਅੱਜ ਦਾ ਦਿਨ ਮੇਰੇ ਫਾਦਰ ਕਹਿੰਦੇ ਨੇ ਜੋ ਤੇਰਾ ਦਿਲ ਕਰਦਾ ਤੂੰ ਲੈ ਆ, ਪਰ ਕੀ ਆ ਜਦੋਂ ਆਪਾਂ ਹੁਣ ਅੱਜ ਟਾਈਮ ਹੈ ਵੀ ਹੁਣ ਆਪਾਂ ਨੂੰ ਹੌਲੀ ਹੌਲੀ ਸਮਝ ਆਉਂਦੀ ਹੈ, ਕਿਉਂਕਿ ਇਹ ਬੜਾ ਨਾ, ਇਹ ਮੈਂ ਐਡਵਾਈਸ ਵੀ ਕਰੂੰਗਾ ਨਵੇਂ ਮੁੰਡਿਆਂ ਨੂੰ ਸਭ ਨੂੰ, ਇਸ ਧੈਰਿਆ ਵੀ ਆਪਾਂ ਕਹਿੰਦੇ ਆ ਸਹਿਜ ਨਾਲ ਕਰਨ ਵਾਲਾ ਕੰਮ ਹੈ ਇਹ ਪੈਸੇ ਸੱਟ ਕੇ ਤੇ ਇੱਕੋ ਦਮ ਬਾਦਸ਼ਾਹ ਬਣਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਵੇਂ ਜਿਵੇਂ ਗਿਆਨ ਲਓਗੇ ਉਵੇਂ ਉਵੇਂ ਪੈਸੇ ਲਓ, ਉਹ ਜ਼ਿਆਦਾ ਚੰਗਾ। ਵੈਸੇ ਤਾਂ ਬਾਈ ਜੀ ਹੁਣ ਜਿਹੜਾ ਮੈਂ ਅਗਰ ਸਵਾਲ ਕਰੂੰਗਾ ਕਿਉਂਕਿ ਆਪਣਾ ਪ੍ਰੋਗਰਾਮ ਉਹ ਸੱਜਣ ਬੇਲੀ ਵੀ ਦੇਖਦੇ ਨੇ ਜਿਨ੍ਹਾਂ ਦੇ ਘੋੜੇ ਰੱਖੇ ਹੋਏ ਨੇ, ਮੁਕਾਬਲੇ ਦੇ ਵਿੱਚ ਤੁਹਾਡੇ ਨਾਲ ਵੀ ਜ਼ਰੂਰ ਉਹ ਮੁਕਾਬਲੇ ਦੇ ਵਿੱਚ ਹੁੰਦੇ ਹੋਣਗੇ। ਤੇ ਜੇਕਰ ਮੈਂ ਗੱਲ ਕਰਾਂ, ਵੈਸੇ ਤਾਂ ਇੱਕ ਗੁਪਤ ਗੱਲ ਹੁੰਦੀ ਹੈ ਕਿ ਖੁਰਾਕ ਕੀ ਮੈਨੇਜ ਕਰਨੀ ਪੈਂਦੀ ਹੈ ਇਸ ਲੈਵਲ ਤੱਕ ਲੈ ਕੇ ਜਾਣ ਲਈ। ਦੇਖੋ ਇਹ ਖੁਰਾਕ ਬਹੁਤ ਪ੍ਰਕਾਰ ਦੀ ਆ, ਦੇਖੋ ਹਰ ਬੰਦੇ ਕੋਲ ਆਪਣੀ ਆਪਣੀ ਖੁਰਾਕ ਆ, ਠੀਕ ਹੈ ਜੀ। ਵੈਸੇ ਤਾਂ ਘੋੜਿਆਂ ਵਾਲੀ ਖੁਰਾਕ ਦੱਸਦੇ ਨਹੀਂ ਹੈਗੇ, ਠੀਕ ਹੈ ਜੀ। ਹੁਣ ਜਿਵੇਂ ਮੈਂ ਇਸ ਟਾਈਮ ਆਪਣੇ ਘੋੜਿਆਂ ਨੂੰ, ਆਪਣੇ ਭਰਾ ਨੇ ਦਰਾਹਾ ਤੋਂ, ਤੇ ਮੈਂ ਉੱਥੋਂ ਅਸ਼ਬ ਫੀਡਸ ਆ ਉਹਨਾਂ ਦੀ, ਸਣੀ ਹਰੀ ਉਹਨਾਂ ਦੀ, ਉਹ ਦਿੰਦਾ ਆ। ਕੁਛ ਮੈਂ ਇਹ ਆ ਵੀ ਮੈਂ ਨਾ ਦੇਸੀ ਖੁਰਾਕ ਨੂੰ ਜ਼ਿਆਦਾ ਪ੍ਰੈਫਰ ਕਰਦਾ, ਦਹੀਂ ਹੋ ਗਿਆ ਜੀ, ਠੀਕ ਹੈ ਜੀ, ਚੂਰੀ ਬਣਾ ਕੇ ਵੀ ਉਹ ਇੱਕ ਟਰੀਟ ਵਾਂਗ ਹੁੰਦਾ ਵੀ ਜਾਨਵਰ ਨੂੰ ਵੀ ਅਟੈਚਮੈਂਟ ਮਿੱਠੇ ਦੀ ਹੋਈ ਰਹਿੰਦੀ ਹੈ ਜੀ, ਠੀਕ ਹੈ ਜੀ। ਦੁੱਧ ਜਿਵੇਂ ਬਚਪਨ 'ਚ ਇੱਕ ਟਾਈਮ ਸੀ ਜਦੋਂ ਉਹਨੂੰ ਫਰੈਸ਼ ਨਾਲ ਦੀ ਨਾਲ ਦੁੱਧ ਗਾਵਾਂ ਦਾ, ਇਹਨੇ ਗਾਂ ਰੱਖੀ ਸਪੈਸ਼ਲ ਦੁੱਧ ਵਾਸਤੇ, ਠੀਕ ਹੈ। ਘਿਓ ਹੋ ਗਿਆ, ਤਾਂ ਆਪਣੀ ਇੱਕ ਇਹਦਾ ਸੈਕਿੰਡ ਹੁੰਦੀ ਆ। ਬਾਕੀ ਮੌਸਮ ਦੇ ਅਨੁਕੂਲ ਵੀ ਡਾਈਟ ਚੇਂਜ ਹੁੰਦੀ ਰਹਿੰਦੀ ਹੈ, ਠੀਕ ਹੈ ਨਹੀਂ। ਹੁਣ ਕਈ ਘੋੜੀਆਂ ਨੂੰ ਉਹ ਦਾਣਾ ਨਹੀਂ ਪ੍ਰੈਫਰ ਕਰੇਗਾ ਤਾਂ ਅਸੀਂ ਉਹਨੂੰ ਜਵੀ, ਜਿਉਂ, ਛੋਲੇ ਤੋਂ ਇੱਕ ਮਿਕਸਚਰ ਕਰਕੇ ਦੇਈਦਾ, ਠੀਕ ਹੈ ਨਹੀਂ। ਤਾਂ ਇਹ ਮਤਲਬ ਕਈ ਵਾਰ ਕੀ ਆ, ਉਹ ਫਿਰ ਵੈਰੀ ਕਰਦੀ ਹੈ ਮੌਸਮ। ਹੁਣ ਜਿਵੇਂ ਇੱਕ ਸਿਆਲ 'ਚ ਅਸੀਂ ਨੀਰਾ ਮੰਗਾਈ ਦਾ ਉੱਥੋਂ ਹੀ ਰਾਜਸਥਾਨ ਤੋਂ, ਤਾਂ ਮੂੰਗਫਲੀ ਦਾ ਭੁੰਗ ਹੁੰਦਾ, ਜਿਵੇਂ ਤੂੜੀ ਹੁੰਦੀ ਐਵੇਂ ਆਉਂਦੀ ਮੂੰਗਫਲੀ ਹੁੰਦੀ ਪੱਤੇ, ਉਹ ਮੰਗਾ ਲਈ ਦਾ 60 ਕੁਇੰਟਲ ਵੀ ਉਹ ਆ ਕੇ ਫਿਰ ਉਹ ਸਿਆਲ 'ਚ ਉਹ ਦੇਈਦਾ। ਉਹਦੇ ਨਾਲ ਕੀ ਆ, ਉਹਦੇ ਨਾਲ ਇੱਕ ਤਾਂ ਚਮਕ ਆਉਂਦੀ ਹੈ, ਇੱਕ ਉਹਦੇ 'ਚ ਘੋੜੀ ਚਮਕ ਆਊਗੀ, ਇੱਕ ਉਹਨੂੰ ਪ੍ਰੋਪਰ ਤਾਕਤ ਆਇਲ ਹੁੰਦਾ, ਉਹਦਾ ਇੰਟਰਨਲ ਸਾਰਾ ਵਧੀਆ ਰਹਿੰਦਾ, ਕਿਉਂਕਿ ਇਹਨਾਂ ਨੂੰ ਫਿਰ ਮਸਾਲੇ ਦੇਣੇ ਪੈਂਦੇ ਆ ਵੀ ਕਈ ਤਰ੍ਹਾਂ ਦੇ। ਬਾਕੀ ਇਹ ਚੀਜ਼ ਆ ਜੀ, ਇਹ ਹਰ ਘੋੜੀ ਦਾ ਇੱਕ ਅਲੱਗ-ਅਲੱਗ ਮੈਟਾਬੋਲਿਜ਼ਮ, ਹਰ ਜਾਨਵਰ ਦਾ, ਹਰ ਜਾਨਵਰ ਨੂੰ ਅਲੱਗ-ਅਲੱਗ ਤਰੀਕੇ। ਇਹ ਆਪਾਂ ਇਹ ਨਹੀਂ ਆ ਵੀ ਸਭ ਨੂੰ ਬਰਾਬਰ ਛੱਡਦੀ, ਕੋਈ 2 ਕਿਲੋ ਦਾਣੇ ਨਾਲ ਸੰਪੂਰਨ ਹੋ ਜਾਂਦੀ ਆ, ਕਈ ਘੋੜੀਆਂ ਨੂੰ 4 ਕਿਲੋ ਵੀ ਚਾਹੀਦਾ, ਉਹ ਆਪਣੇ ਡਿਪੈਂਡ ਕਰਦਾ। ਤਾਂ ਬਾਈ ਜੀ ਇਹ ਗੱਲਾਂ ਹੋ ਗਈਆਂ ਸ਼ੌਂਕ ਦੀਆਂ, ਸ਼ੌਂਕ ਨੇ ਨਾਮ ਬਣਾਇਆ, ਬਿਲਕੁਲ 1 ਨੰਬਰ 'ਤੇ ਘੋੜਾ ਜੋਧਪੁਰ 'ਚੋਂ ਆਇਆ। ਅਤੇ ਜੇਕਰ ਮੈਂ ਗੱਲ ਕਰਾਂ ਵਿੱਤੀ ਸਥਿਤੀ ਦੀ, ਤੁਸੀਂ ਵਿੱਤੀ ਸਥਿਤੀ 'ਚ ਇਸ ਨੂੰ ਕਿਵੇਂ ਦੇਖਦੇ ਹੋ ਕਿ ਵੀ ਇੱਕ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਵੀ ਇੱਕ ਕਿਸਾਨ, ਆਪਾਂ ਗੱਲਾਂ ਕਰ ਰਹੇ ਸੀ ਜਦੋਂ ਵੀ ਕਿਸਾਨ ਪਰਿਵਾਰ 'ਚ ਪਹਿਲਾਂ ਹੁੰਦਾ ਸੀ, ਘੋੜੀ ਰੱਖੀ ਹੋਈ ਹੁੰਦੀ ਸੀ, ਕਿ ਅੱਜ ਦੇ ਨੌਜਵਾਨ ਜੋ ਖੇਤੀ ਕਰਦੇ ਨੇ, ਕਿਸਾਨੀ ਕਰਦੇ ਨੇ, ਕਿ ਇੱਕ ਇਸ ਨੂੰ ਬਿਜ਼ਨਸ ਤੌਰ 'ਤੇ ਵਰਤ ਸਕਦੇ ਨੇ? ਬਿਲਕੁਲ ਹੀ ਬਿਲਕੁਲ। ਜਿਹੜਾ ਹੁਣ ਸਮਾਂ ਚੱਲ ਰਿਹਾ, ਤੁਸੀਂ ਆਪ ਦੇਖੋ, ਕਿਸਾਨੀ ਅੰਦੋਲਨ ਚੱਲਦਾ, ਅਸੀਂ ਉਹਨੂੰ ਉਹਦੇ ਸਮਰਥਨ 'ਚ ਘੋੜਿਆਂ 'ਤੇ ਦਿੱਲੀ ਗਏ ਸੀ। ਸਾਡੇ ਭਰਾ ਆ ਮਨੂ ਸੇਖੋ ਆਲਮ ਵਾਲਾ, ਉਹ ਘੋੜੇ 'ਤੇ ਵੀ, ਉਹ ਵੀ ਦਿੱਲੀ ਗਏ ਸੀਗੇ। ਮੈਂ ਅਤੇ ਸਾਡੇ ਵੀਰ ਸੋਨੂ ਵਾਸੀ ਨੇ ਜੇ ਉੱਥੋਂ ਲੁਧਿਆਣੇ ਤੋਂ, ਅਸੀਂ ਵੀ ਘੋੜਿਆਂ 'ਤੇ ਇੱਥੋਂ ਇਕੱਠੇ ਦਿੱਲੀ ਗਏ ਸੀਗੇ। ਕਾਰਨ ਕੀ ਸੀ, ਅਸੀਂ ਸਮਰਥਨ 'ਚ ਗਏ ਸੀ, ਆਪਦੀ ਇੱਕ ਤਰ੍ਹਾਂ ਦੀ ਆਵਾਜ਼ ਲੈ ਕੇ ਗਏ ਸੀ ਕੇਂਦਰ ਤੱਕ, ਵੀ ਘੋੜਿਆਂ 'ਤੇ ਬੈਠ ਕੇ ਗਏ ਸੀ ਰਾਈਡ ਕਰਕੇ ਇੱਥੋਂ। ਕਿਉਂਕਿ ਜਿਹੜੀ ਘੋੜਿਆਂ ਦੀ ਲਾਈਨ ਹੈ ਇਹ ਵੀ ਕਿਸਾਨੀ ਨਾਲ ਜੁੜੀ ਹੋਈ ਹੈ ਵੀਰ ਜੀ, ਤੁਸੀਂ ਸਮਝੋ ਸਾਰੀ ਟੋਟਲੀ। ਪਹਿਲਾਂ ਜਿਵੇਂ ਪੁਰਾਣੇ ਰੱਖੇ ਹੋਏ ਸੀ ਘੋੜੇ, ਠੀਕ ਹੈ ਜੀ, ਆਪਾਂ ਹੌਲੀ ਹੌਲੀ ਆਦੀਕਰਨ ਨੂੰ ਅੱਗੇ ਵੱਧਦੇ ਗਏ, ਹੈ ਨਾ, ਵੀ ਟੈਕਨੋਲੋਜੀ ਨੂੰ ਵੱਧ ਗਏ, ਗੱਡੀਆਂ ਨੂੰ ਹੋ ਗਏ, ਮੋਟਰਸਾਈਕਲਾਂ ਨੂੰ। ਪਰ ਹੁਣ ਜਿਹੜੇ ਘੋੜੇ ਨੇ, ਵੇਖੋ ਜੀ, ਜਦੋਂ ਆਪਾਂ ਫਸਲ ਉੱਗਦੀ ਆ, ਜੇ ਇੱਕ ਜ਼ਿਮੀਂਦਾਰ ਘਰ 'ਚ, ਜੇ ਉਹਦੇ ਕੋਲ ਜ਼ਮੀਨ ਆ ਤਾਂ ਕਣਕ ਵੀ ਲਾਊਗਾ, ਤਾਂ ਜਿਹੜੀ ਫਸਲ ਲਾਊਗਾ ਨਾਲ ਉਹਨੇ ਘਰ 'ਚ ਡੰਗਰ ਰੱਖੇ ਹੋਣਗੇ, ਡੰਗਰਾਂ ਲਈ ਹਰਾ ਤਾਂ ਲਾਉਂਦਾ ਹੀ ਆ ਜੀ, ਠੀਕ ਹੈ ਜੀ। ਤਾਂ ਕੀ ਆ, ਜੇ 2 ਕਿਆਰੇ ਹਰੇ ਦੇ ਨੇ ਤਾਂ ਇੱਕ ਕਿਆਰੇ ਜਵੀ ਦੇ ਵੀ ਲਾ ਸਕਦਾ, ਉਹ ਕਿਆਰਾ ਤੁਸੀਂ ਲਾ ਲਓ ਲੂਸਣ ਵੀ ਲਾ ਸਕਦਾ, ਕੋਈ ਵੀ ਮਤਲਬ ਘੋੜਿਆਂ ਦੇ ਰਿਗਾਰਡਿੰਗ ਫਸਲ ਲੱਗ ਸਕਦੀ, ਉਹਨੂੰ ਦੁੱਖ ਹੋਏਗੀ ਨਹੀਂ, ਠੀਕ ਹੈ ਜੀ। ਤਾਂ ਕੀ ਹੈ, ਜਿਹੜੇ ਹੁਣ ਮੱਝਾਂ ਦੇ ਦੁੱਧ ਦਾ ਵਪਾਰ ਕਰਦੇ ਦੋਧੀ ਨੇ, ਉਹਨਾਂ ਦਾ ਡੇਲੀ ਦਾ ਇੱਕ ਇਨਕਮ ਸੋਰਸ ਆ। ਪਰ ਘੋੜੀ ਦਾ ਕੀ ਹੈ, ਤੁਸੀਂ ਇਹਨੂੰ ਅਗਰ ਸਹੀ ਮਾਇਨੇ 'ਚ ਇਹਨੂੰ ਲੈ ਕੇ ਵਪਾਰਕ ਤੌਰ 'ਤੇ ਵਰਤੋਗੇ ਤਾਂ ਤੁਹਾਨੂੰ 11ਵੇਂ ਮਹੀਨੇ ਇਹ ਤੁਹਾਡੇ ਘਰ 'ਚ 2-3 ਲੱਖ ਰੁਪਏ ਦਾ ਇੱਕ ਸਾਧਨ ਬਣ ਜਾਂਦੀ ਹੈ। ਅਤੇ ਜੇ ਉਹਨੂੰ ਆਪਾਂ 12 ਜੇ ਮਿਨੀਮਮ ਲਾ ਕੇ ਚੱਲਦੇ ਹਾਂ ਅੱਛੀ ਤਰ੍ਹਾਂ, ਜੇ ਆਪਾਂ ਕਹੀਏ ਤਾਂ ਕਿ ਉਹ ਜੇ ਉਹਨੂੰ ਆਪਾਂ ਉਹਨੂੰ ਵੰਡ ਕੇ ਵੇਖਾਂਗੇ ਤਾਂ ਤੁਹਾਡਾ ਇੱਕ ਖਰਚਾ ਉਹ ਸਾਈਡ ਬਾਈ ਸਾਈਡ ਪੂਰਾ ਕਰਦੀ ਹੈ। ਅਤੇ ਜੇ ਆਪਾਂ ਉਹਨੂੰ ਸਰੀਰਕ ਤੌਰ 'ਤੇ ਵੇਖਾਂਗੇ, ਅਤੇ ਜੇ ਆਪਾਂ ਉਹਦੇ ਮੋਟਰਸਾਈਕਲ, ਜਿਵੇਂ ਮੋਟਰ 'ਤੇ ਅੱਜ ਕੱਲ੍ਹ ਜਾਣਾ ਤਾਂ ਉਹਦੇ ਲਈ ਵੀ ਕਿੱਕ ਵੱਜਦੀ ਹੈ। ਕਈ ਲੋਕ ਤਾਂ ਗੱਡੀਆਂ ਦੇ ਮੋਟਰਾਂ ਤੱਕ ਜਾਂਦੇ ਆ ਆਪਦੇ, ਜਿਵੇਂ ਕਿ ਇਹਨਾਂ ਦੀ ਦੂਰ ਆ। ਤਾਂ ਜੇ ਆਪਾਂ ਘੋੜੀ 'ਤੇ ਬੈਠ ਕੇ ਜਾਵਾਂਗੇ, ਆਪਣਾ ਤੇਲ ਬਚਦਾ, ਤੁਹਾਡੇ ਸਰੀਰਕ ਕਿਰਿਆ ਸਹੀ ਚੱਲੂਗੀ, ਤੁਸੀਂ ਫਿੱਟ ਹੋ, ਤੁਹਾਨੂੰ ਕਿਸੇ ਰੋਗਾਂ ਤੋਂ ਦੂਰ ਰਹੋਗੇ, ਠੀਕ ਹੈ ਨਹੀਂ। ਨਾਲੇ ਜਿਹੜੀ ਇਹਦਾ ਆਨੰਦ ਆ ਚਲਾਉਣ ਦਾ, ਉਹ ਸ਼ਾਇਦ ਮੋਟਰਸਾਈਕਲਾਂ 'ਚ ਵੀ ਨਹੀਂ ਹੈਗਾ, ਠੀਕ ਹੈ ਨਹੀਂ। ਤਾਂ ਮੈਂ ਇਹ ਰਾਏ ਦਊਂਗਾ ਵੀ ਜਦੋਂ ਆਪਾਂ ਕਿਸਾਨੀ ਦੇ ਨਾਲ ਇਹਨੂੰ ਵੀ ਇੱਕ ਐਡੀਸ਼ਨਲ ਕਿੱਤਾ ਆਪਦੇ ਘਰ 'ਚ ਰੱਖੀਏ, ਨਾਲੇ ਦਾ ਸ਼ੌਂਕ ਪੂਰਾ ਹੁੰਦਾ, ਨਾਲੇ ਸਾਲ ਦੇ ਅੰਤ ਤੱਕ ਤੁਸੀਂ 11ਵੇਂ ਮਹੀਨੇ ਕੁਛ ਨਾ ਕੁਛ ਇਹਦੇ 'ਚੋਂ ਕਮਾ ਕੇ ਜਾਓਗੇ, ਨੁਕਸਾਨ ਨਹੀਂ ਕੋਈ ਹੋਊਗਾ। ਤੇ ਬਾਈ ਜੀ ਕਹਿੰਦੇ ਨੇ ਕਿ ਸ਼ੌਂਕ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ, ਪਰ ਜੇਕਰ ਮੈਂ ਫਿਰ ਵੀ ਪੁੱਛਾਂ ਕਿ ਐਵਰੇਜ 1 ਮਹੀਨੇ ਦਾ ਮੰਨ ਕੇ ਚੱਲੀਏ ਆਪਾਂ, ਰੱਖ ਰਖਾਓ ਦਾ, ਪੂਰੀ ਸਾਂਭ ਸੰਭਾਲ ਦਾ ਕਿੰਨਾ ਕੁ ਖਰਚਾ ਹੋ ਜਾਂਦਾ ਮਹੀਨੇ ਦਾ? ਜਿਵੇਂ ਕਿਹਾ ਜਾਂਦਾ ਕਿ ਯਾਰ ਘੋੜੇ ਪਾਲਣਾ ਤਾਂ ਸਰਦਾਰਾਂ ਦਾ ਸ਼ੌਂਕ ਹੈ, ਸਰਦਾਰ ਪਾਲ ਸਕਦੇ ਨੇ, ਆਮ ਬੰਦਾ ਨਹੀਂ। ਦੇਖੋ ਜੀ,
ਮੈਂ ਬਾਈ ਜੀ ਕਦੀ ਅੱਜ ਤੱਕ ਪਹਿਲੀ ਗੱਲ ਤਾਂ ਗਿਣਿਆ ਨਹੀਂ ਹੈਗਾ ਵੀ ਕੀ ਖਰਚਾ ਹੁੰਦਾ ਜੇ, ਕਿਉਂਕਿ ਜੇ ਖਰਚੇ ਜਿਵੇਂ ਮੈਂ ਗੱਡੀ ਡੀਜ਼ਲ ਪਾਉਣਾ ਮੈਂ ਕਦੀ ਮੀਟਰ ਵਾਲੀ ਵੇਖਦਾ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਉਹੀ ਗੱਲ ਤੁਹਾਨੂੰ ਦੱਸਦਾ ਜੀ, ਮੈਂ ਕਦੀ ਡੀਜ਼ਲ ਪਾਉਣ ਲੱਗਿਆ ਮੀਟਰ ਵਾਲ ਨਹੀਂ ਦੇਖਦਾ, ਕਿਉਂਕਿ ਜੇ ਮੀਟਰ ਤੇ ਇੱਕ ਵਾਰ ਰੇਟ ਦੇਖ ਲਿਆ ਫਿਰ ਸ਼ਾਇਦ ਕਿਲੋਮੀਟਰ ਘੱਟ ਜਾਂਦੇ ਆ। ਐਵੇਂ ਮੈਂ ਕਦੀ ਘੋੜਿਆਂ ਦਾ ਹਿਸਾਬ ਕਿਤਾਬ ਨਹੀਂ ਕਦੀ ਦਾਣੇ ਦਾ ਲਾਇਆ ਵੀ ਯਾਰ ਕਿੰਨੇ ਦਾ ਕਿੰਨਾ। ਪਰ ਜੇ ਦੇਖੀਏ ਤਾਂ ਕੋਈ ਜ਼ਿਆਦਾ ਖਰਚਾ ਨਹੀਂ ਹੈ ਇਹਦਾ, ਠੀਕ ਹੈ ਜੀ। ਇਹ ਤੁਹਾਡੇ 'ਤੇ ਨਿਰਭਰ ਕਰਦਾ, ਠੀਕ ਹੈ ਜੀ, ਕਿਉਂਕਿ ਘੋੜਾ ਖੁਰਾਕ ਦੇ ਨਾਲ ਨਾਲ ਪਿਆਰ ਮੰਗਦਾ। ਨਿਰੀ ਖੁਰਾਕ ਨਹੀਂ ਹੈ ਜੀ, ਆਪਾਂ ਨੂੰ ਖੁਰਾਕ 5000 ਦੀ ਪਾ ਦਾਂਗੇ ਰੋਜ਼ ਦੀਆਂ ਜਿੰਨੇ ਵਟਸਐਵਰ ਜਿੰਨਾ ਵੀ, ਠੀਕ ਹੈ ਜੀ। ਕੋਈ ਜ਼ਿਆਦਾ ਖੁਰਾਕ ਨਹੀਂ ਹੁੰਦੀ ਇਹਦੀ, ਜੇ ਆਪਾਂ ਕਹੀਏ ਬਹੁਤ ਜ਼ਿਆਦਾ ਹੀ ਕੀਮਤੀ ਆ। ਇਹ ਤਾਂ ਡਿਪੈਂਡ ਕਰਦੀ ਹੈ, ਦੇਖੋ ਜੀ ਹੁਣ ਕਈ ਮੈਂ ਦੱਸਦਾ ਜੀ, ਕਈ ਬੰਦੇ ਨੋਰਮਲ ਦਾਲ ਨਾਲ ਵੀ ਰੋਟੀ ਖਾ ਕੇ ਸੰਤੁਸ਼ਟ ਨੇ, ਕਈ ਚਿਕਨ ਨਾਲ ਵੀ ਨੇ, ਅਤੇ ਜਿਹਨੇ ਰਾਜੀ ਹੋਣਾ ਉਹਨੂੰ ਦਾਲ ਨਾਲ ਵੀ ਹੋਇਆ ਨਾ ਅਤੇ ਸ਼ਾਇਦ ਚਿਕਨ ਵੀ ਨਾ ਲੱਗੇ, ਇੱਕ ਤਾਂ ਇਹ ਹੋ ਗਿਆ। ਉਵੇਂ ਹੀ ਘੋੜਿਆਂ ਨੂੰ ਨੋਰਮਲ ਦਾਣੇ ਦੇ ਨਾਲ ਪਿਆਰ ਵੀ ਚਾਹੀਦਾ। ਪਰ ਜੇ ਦੇਖੀਏ ਜੇ ਸ਼ੌਂਕ ਨੂੰ ਦੇਖਣਾ, ਸ਼ੌਂਕ ਦੀ ਕੀਮਤ ਨਹੀਂ ਜਿਵੇਂ ਆਪਾਂ ਕਹਿੰਦੇ ਹਾਂ, ਤਾਂ ਕੋਈ ਇੰਨਾ ਮਹਿੰਗਾ ਕੀਤਾ ਨਹੀਂ ਆ ਵੀ ਜਿਹੜਾ ਆਪਾਂ ਕਹਿੰਦੇ ਸਰਦਾਰਾਂ ਦਰਅਸਲ ਕੀ ਘੋੜੇ ਸਮਾਂ ਮੰਗਦੇ ਇਨਸਾਨ ਮਾਲਕ ਦਾ। ਲੋਕਾਂ ਕੋਲ ਅੱਜ ਕੱਲ੍ਹ ਸਮਾਂ ਹੀ ਨਹੀਂ ਹੈਗਾ, ਠੀਕ ਹੈ ਜੀ। ਹੁਣ ਮੈਂ ਮੰਨ ਲਓ ਮੈਂ ਜਦੋਂ ਵੀ ਕਿਤੇ ਬਾਹਰ ਜਾਂਦਾ ਹੁੰਦਾ ਮੈਂ ਇਹਨਾਂ ਨੂੰ ਪ੍ਰੋਪਰ ਆ ਕੇ ਮਿਲਣਾ ਜ਼ਰੂਰ ਹੁੰਦਾ। ਇੰਨੇ 'ਚ ਇਹਨਾਂ ਦੀ ਅੱਧੀ ਸਮਝ ਲਓ ਜਿਵੇਂ ਬੱਚੇ ਨੇ ਐਵੇਂ ਹੀ ਸੇਮ ਇਹਨਾਂ ਦਾ ਮਾਹੌਲ ਆ। ਤਾਂ ਜਦੋਂ ਪੈਸਿਆਂ ਦੀ ਗੱਲ ਆਉਂਦੀ ਜਿਹੜਾ ਤੁਹਾਡਾ ਸਵਾਲ ਆ, ਤਾਂ ਪੈਸੇ ਇੱਕ ਜਾਨਵਰ ਮੇਰੇ ਹਿਸਾਬ ਨਾਲ 4 ਤੋਂ 5000 ਮਹੀਨੇ ਤੋਂ ਵੱਧ ਖਰਚਾ ਲਊਗਾ ਨੋਰਮਲ ਜੇ ਆਪਾਂ ਕਰਦੇ ਹਾਂ। ਵਧਾਉਣ ਨੂੰ ਜਿੰਨਾ ਮਰਜ਼ੀ ਵਧਾਈ ਚਲੋ, ਤੁਸੀਂ ਐਕਸਟਰਾ ਪਾਈ ਜਾਓਗੇ ਉਹ ਭਾਵੇਂ 10000 ਤੱਕ ਲੈ ਜਾਓ, 20 ਤੱਕ ਲੈ ਜਾਓ, ਤੁਹਾਡੇ ਤੇ ਆ। ਤੇ ਮਨਪ੍ਰੀਤ ਬਾਈ ਜੀ, ਮੇਰਾ ਇੱਕ ਆਖਰੀ ਸਵਾਲ ਕਿ ਹੁਣ ਤੁਹਾਡੇ ਇਸ ਲਾਈਨ 'ਚ ਅੱਗੇ ਕੀ ਪਲਾਨ ਨੇ? ਅੱਗੇ ਤਾਂ ਕੋਈ ਪਤਾ ਨਹੀਂ ਹੁੰਦਾ, ਪਰਮੇਸ਼ਵਰ ਦੇ ਹੱਥ ਹੁੰਦਾ ਸਾਰੀ ਡੋਰ। ਅੱਗੇ ਤਾਂ ਹੁਣ ਜਿਹੜੀ ਅੱਜ ਦੀ ਘੜੀ ਸਾਡੇ ਕੋਲ ਜਿਹੜਾ ਆਹ ਤਾਜ ਮਿਲਦਾ ਹੁੰਦਾ ਨਹੀਂ, ਜਦੋਂ ਬੰਦਾ ਜਿੱਤਦਾ, ਤਾਂ ਮੈਨੂੰ ਮੁਬਾਰਕਾਂ ਦੀ ਇੰਨੀ ਕੁ ਝੜੀ ਲੱਗੀ ਆ ਅਤੇ ਮੈਂ ਬਹੁਤ ਰੇਣੀ ਆ ਉਹਨਾਂ ਸੱਜਣਾਂ ਦਾ ਜਿੰਨਾ ਮੁਬਾਰਕਾਂ ਦਿੱਤੀਆਂ, ਖੁਸ਼ੀ ਮਨਾਈ, ਕਿਉਂਕਿ ਇਹ ਬਹੁਤ ਵੱਡੀ ਉਪਲਬਧੀ ਹੈ ਬਾਈ ਜੀ। ਲੋਕ ਕਹਿਣਗੇ ਕਿਹੜਾ, ਕਈਆਂ ਨੂੰ ਲੱਗਦਾ ਵੀ ਜਿਹਨਾਂ ਨੂੰ ਵਾਹ ਵਾਸਤਾ ਨਹੀਂ ਉਹਨਾਂ ਲਈ ਤਾਂ ਕੁਛ ਵੀ ਨਹੀਂ ਹੈ ਨਾ। ਪਰ ਜਿਨ੍ਹਾਂ ਨੂੰ ਪਤਾ ਆ, ਜਿਨ੍ਹਾਂ ਨੇ ਰੱਖੇ ਆ ਘੋੜੇ ਹੈ ਨਾ, ਜਦੋਂ ਅਸੀਂ ਜ਼ਿਲ੍ਹਾ ਜਿੱਤੇ ਸੀ ਨਾ, ਮੇਰੇ 'ਚ ਮੈਂ ਵੀ ਖੁਸ਼ੀ ਸੀ ਉਦੋਂ, ਕਿਉਂਕਿ ਮੈਂ ਜ਼ਿਲ੍ਹੇ ਤੱਕ ਪਾਰਟੀਸਪੇਟ ਕਰਦਾ ਸੀ, ਜਿੱਤਦਾ ਸੀ, ਬੜੀ ਖੁਸ਼ੀ ਹੋਈ ਸੀ ਐਵੇਂ। ਫਿਰ ਜਦੋਂ ਅਸੀਂ ਇੰਡੀਆ ਜਾ ਕੇ ਮੈਂ 5ਵੇਂ ਨੰਬਰ 'ਤੇ ਪਹਿਲੀ ਵਾਰ ਘੋੜੀ ਆਈ ਸੀ, ਮੈਨੂੰ ਉਹਦੇ 'ਚ ਹੀ ਬੜਾ ਚਾਅ ਸੀ, ਕਿਉਂਕਿ 60 ਜਾਨਵਰ ਸੀ ਤਾਂ ਉਹਨਾਂ 'ਚ 5ਵੇਂ ਤਾਂ ਆਉਣਾ ਬੜੀ ਮਾਣ ਵਾਲੀ ਗੱਲ ਸੀ। ਅੱਜ ਅਸੀਂ ਜੋਧਪੁਰ, ਜੋ ਕਿ ਮਾਰਵਾੜੀ ਘੋੜਿਆਂ ਦਾ ਗੜ੍ਹ ਆ, ਜਿੱਥੋਂ ਸ਼ੁਰੂਆਤ ਹੋਈ ਆ, ਜਦੋਂ ਉੱਥੇ ਜਾ ਕੇ ਜਿੱਤੇ ਆ ਤਾਂ ਇੱਕ ਇੰਨਾ ਤਗੜਾ ਮਨੋਬਲ ਮਿਲਦਾ ਵੀ ਵਾਕਈ ਅਸੀਂ ਮਾਰਵਾੜੀ ਲਾਈਨ ਦੇ ਵਿੱਚ ਮਤਲਬ ਉਹ ਹੈਗੇ ਆ, ਉੱਪਰਲੇ ਕਗਾਰ 'ਚ ਆ ਜਾਂਦਾ ਬੰਦਾ। ਤੁਹਾਡੀ ਜਾਣ ਪਛਾਣ ਇੰਡੀਆ ਲੈਵਲ 'ਤੇ ਹੁੰਦੀ ਆ। ਜਿਵੇਂ ਤੁਹਾਨੂੰ ਪਤਾ ਹੀ ਹੈ, ਚੰਗਾ ਬੰਦਾ ਘੋੜਾ ਰੱਖਦੇ ਆ, ਚੰਗੇ ਸ਼ੌਂਕ ਨੇ ਸਰਦਾਰ, ਮਤਲਬ ਮੰਨ ਲਓ ਜਿਵੇਂ ਤੁਸੀਂ ਕਹੀ ਆ, ਤਾਂ ਬੰਦੇ ਨੂੰ ਜਿੰਨਾ ਸ਼ੌਕੀਨ ਬੰਦਾ ਰੱਖੂ, ਤੁਹਾਡੀ ਜਾਣ ਪਛਾਣ ਵੱਧਦੀ ਇਸ ਲਾਈਨ 'ਚ। ਤਾਂ ਮੇਰਾ ਅੱਗੇ ਹੀ ਮੋਟਿਵ ਰਹੂਗਾ ਵੀ ਮੈਂ ਇਹਨੂੰ ਬਰੀਡਿੰਗ ਨੂੰ ਹੋਰ ਇੰਪਰੂਵਮੈਂਟ ਕਰਾਂ। ਚੰਗੇ ਬੰਦੇ ਰੱਖਦੇ ਨੇ, ਘੋੜਾ ਰੱਖਦੇ ਨੇ, ਤੇ ਚੰਗੇ ਬੰਦੇ ਨਾਲ ਫਿਰ ਵਾਹ। ਹਾਂ, ਚੰਗਿਆਂ 'ਚ ਪੈਸੇ ਨਹੀਂ ਹੁੰਦੇ, ਚੰਗਿਆਂ 'ਚ ਹਾਂ ਦੋਵੇਂ ਚੀਜ਼ਾਂ ਮੈਂ ਦੱਸਣਾ ਚਾਹੁੰਦਾ। ਹਾਂ, ਕਿਉਂਕਿ ਮੈਂ ਪਹਿਲਾਂ ਸੁਭਾਅ ਵੀ, ਵਿਵਹਾਰ ਵੀ, ਰੁਤਬੇ ਵੀ, ਸੋਚ ਚੰਗੀ ਮਿਲਦੀ ਆ ਤੁਹਾਨੂੰ। ਕਈ ਚੰਗੀ ਸੋਚ ਦੇ ਮਾਲਕ ਇਸ ਲਾਈਨ 'ਚ ਮਿਲਣਗੇ, ਠੀਕ ਹੈ ਨਹੀਂ। ਤੁਹਾਡੀ ਸੋਚ ਉੱਚੀ ਹੁੰਦੀ ਹੈ। ਜਦੋਂ ਅਸੀਂ ਉਹਨਾਂ ਮੰਡੀਆਂ ਜਾ ਕੇ ਉਹਨਾਂ ਨਾਲ ਬਹਿੰਦੇ ਹਾਂ, ਕੁਛ ਸਿੱਖ ਕੇ ਹੀ ਆਉਂਦੇ ਵੱਡਿਆਂ ਤੋਂ। ਜਦੋਂ ਬਜ਼ੁਰਗਾਂ ਨਾਲ ਜਾ ਕੇ ਬਹੀਦਾ, ਉੱਥੇ ਵੱਡਿਆਂ ਨਾਲ ਬਹੀਦਾ, ਤਾਂ ਉੱਥੇ ਕੁਛ ਲੈ ਕੇ ਹੀ ਆਈਦਾ ਵਾਪਸ। ਹਾਂ, ਤਜਰਬਾ ਲੈ ਕੇ ਆਈਦਾ, ਜਿਹਦੀ ਕੀਮਤ ਨਹੀਂ ਹੁੰਦੀ ਕੋਈ। ਤਾਂ ਉੱਚੀ ਸੋਚ ਦੀ ਮੈਂ ਉਹਨਾਂ ਨੂੰ ਐਵੇਂ ਬਿਆਨ ਕਰਦਾ ਹੈ ਨਾ ਜੀ, ਵੱਡੇ ਰੁਤਬੇ ਵਾਲੇ ਮਿਲਦੇ ਮੈਨੂੰ। ਤਾਂ ਉਵੇਂ ਕੀ ਆ, ਅਸੀਂ ਇੰਪਰੂਵਮੈਂਟ ਹੁਣ ਖੁਸ਼ੀ ਕੀ ਅੱਗੇ ਇਹਨੂੰ ਇੰਪਰੂਵਮੈਂਟ ਕਰਾਂਗੇ ਇਹਨੂੰ ਡੇ ਬਾਏ ਡੇ, ਤਾਂ ਕਿ ਹੋਰ ਉੱਤੇ ਲੈਵਲ 'ਤੇ ਜਿੰਨਾ ਹੋ ਸਕੇ ਪੰਜਾਬ ਲੈਵਲ ਆ। ਹੁਣ ਸਾਡੇ ਜਦੋਂ ਘੋੜੀਆਂ ਮੇਟ ਕਰਾਉਂਦੇ ਆ, ਕਵਰ ਅੱਗੋਂ ਨਵੇਂ ਸਿਰੋਂ ਕਰਾਉਂਦੇ ਆ, ਤਾਂ ਬਹੁਤ ਜ਼ਿਆਦਾ ਪੈਸੇ ਹੁੰਦੇ ਜੀ, 70,000 ਲੱਖ ਰੁਪਇਆ, 50,000 ਰੁਪਇਆ। ਹਾਂਜੀ, ਪਰ ਮੇਰੀ ਇਹੀ ਰਹੂਗੀ ਕਿ ਮੈਂ ਉਹਨੂੰ ਬਿਲਕੁਲ ਨੋਰਮਲ ਰੱਖਣਾ, ਅਤੇ ਮੈਂ ਉਹਨੂੰ ਨੋਰਮਲ ਰੱਖ ਕੇ ਤਾਂ ਕਿ ਹਰ ਬੰਦੇ ਦੇ, ਇੱਕ ਮੱਧਮ ਵਰਗ ਦੇ ਬੰਦੇ ਜਿਹਨੇ ਘੋੜੀ ਰੱਖੀ ਹੈ, ਉਹਦੀ ਅਪਰੋਚ 'ਚ ਰਹਿ ਸਕੀਏ, ਤਾਂ ਉਹਨੂੰ ਈਜ਼ੀਲੀ ਅਫੋਰਡ ਹੋ ਕੇ ਅਤੇ ਉਹ ਵੀ ਬਰੀਡਿੰਗ 'ਚ ਅੱਗੇ ਆ ਸਕੇ। ਇੱਕ ਬਾਈ ਜੀ ਮੇਰਾ ਹੋਰ ਆਖਰੀ ਸਵਾਲ ਕਿ ਜਦੋਂ ਹੈ ਨਾ ਘੋੜਾ ਨੰਬਰ 1 'ਤੇ ਆ ਗਿਆ ਜੋਧਪੁਰ ਤੋਂ, ਅਤੇ ਇੱਕ ਗੱਲ ਚੱਲਦੀ ਹੈ ਜੋ ਹੋਰ ਘੋੜੇ ਰੱਖਦੇ ਨੇ, ਘੋੜੀਆਂ ਰੱਖਦੇ ਨੇ, ਕਿ ਅਸੀਂ ਯਾਰ ਮਨਪ੍ਰੀਤ ਦੇ ਘੋੜੇ ਤੋਂ ਮੀਟ ਕਰਵਾਉਣਾ, ਫਿਰ ਇਹੋ ਜਿਹੇ ਵੀ ਕੰਟੈਕਟ ਵੀ ਹੁੰਦੇ ਹੋਣੇ? ਹਾਂ ਬਿਲਕੁਲ ਬਾਈ, ਬਹੁਤ ਪ੍ਰੇਮ ਵਾਲੇ ਸੱਜਣ ਨੇ। ਤਾਂ ਜਿਹੜੇ ਆਪਣੇ ਜਾਣਕਾਰ ਨੇ ਉਹ ਤਾਂ ਬਿਨਾਂ ਕਹੇ ਹੀ ਉਹਨਾਂ ਨੂੰ ਪਤਾ ਵੀ ਅਸੀਂ, ਕਿਉਂਕਿ ਦੋਵਾਂ ਚੀਜ਼ਾਂ ਦਾ ਫਾਇਦਾ। ਜੇ ਕੱਲ੍ਹ ਨੂੰ ਉਹ ਅਗਲਾ ਘੋੜੀ ਮਿਲਾ ਕੇ ਜਾਊਗਾ, ਜਦੋਂ ਬੱਚਾ ਆਊਗਾ ਤਾਂ ਉਹ 'ਚ ਮੇਰੇ ਹੀ ਸ਼ੋਭਾ ਹੁੰਦੀ ਹੈ ਵੀ ਆਪਣੇ ਘੋੜੇ ਦਾ ਨਾਮ ਹੋਊਗਾ, ਚੰਗਾ ਬੱਚਾ ਹੋਊਗਾ। ਅਤੇ ਜੇ ਅਗਲੇ ਦੇ ਬੱਚਾ ਹੋਊਗਾ ਤਾਂ ਸ਼ਾਇਦ ਉਹ ਉਹਦੇ ਘਰ 'ਚ ਪਤਾ ਨਹੀਂ ਕਿੰਨੇ ਭਾਗ ਲਾਵੇਗਾ, ਇਹ ਉਹਦੀ ਸੇਵਾ 'ਤੇ ਡਿਪੈਂਡ ਕਰਦਾ। ਐਵੇਂ ਜਿਹੜੇ ਨਹੀਂ ਵੀ ਜਾਣਦੇ, ਮੈਨੂੰ ਇੰਨੇ ਕਾਲਸ ਆਉਂਦੀਆਂ ਨੇ, ਉਹ ਤੁਹਾਡੇ 'ਤੇ ਹੈ ਨਾ ਸੁਭਾਅ 'ਤੇ ਹੁੰਦਾ। ਹੁਣ ਕਈ ਐਸੇ ਸੱਜਣ ਵੀ ਆਉਂਦੇ ਜਿਨ੍ਹਾਂ ਕੋਲ ਜਿੰਨਾ ਸ਼ਮਤਾ ਨਹੀਂ ਹੈਗੀ ਦੇਣ ਦੀ, ਤਾਂ ਮੈਨੂੰ ਉਹਨਾਂ ਦਾ ਕੋਈ ਚੁੱਭਦਾ ਨਹੀਂ ਹੈ, ਪਤਾ ਲੱਗ ਜਾਂਦੇ ਵੀ ਇਹ ਵਾਰ ਨਹੀਂ ਦੇ ਸਕਦਾ, ਕੋਈ ਗੱਲ ਨਹੀਂ, ਫਿਰ ਕੀ ਆ, ਠੀਕ ਹੈ ਨਹੀਂ। ਕੀ ਪਤਾ ਪਰਮਾਜੇ, ਹਾਂ ਜਿਹੜੇ ਦੇਣ ਵਾਲੇ ਆ, ਠੀਕ ਹੈ ਜੀ, ਉਹ ਦੇ ਵੀ ਜਾਂਦੇ ਆ। ਕਈਆਂ ਤੋਂ ਨਹੀਂ ਕਹੀਦਾ, ਕਿਉਂਕਿ ਨਹੀਂ ਹਾਲਾਤ, ਸ਼ੌਂਕ ਹੁੰਦਾ ਤਾਂ ਪੂਰਾ ਕਰਨਾ ਚਾਹੁੰਦੇ ਆ। ਮੇਰੇ ਲਈ ਖੁੱਲ੍ਹੀ ਛੁੱਟੀ ਹੈ, ਮੈਂ ਕਦੀ ਨਹੀਂ ਰੋਕਦਾ, ਠੀਕ ਹੈ ਨਹੀਂ। ਕਿਉਂਕਿ ਅਸੀਂ ਵੀ ਕਿਸੇ ਦਿਨ ਐਂ ਸ਼ੁਰੂ ਹੋਏ ਸੀ ਨਾ, ਸਾਨੂੰ ਵੀ ਨਹੀਂ ਸੀ। ਮੇਰੇ ਅੰਦਰ ਇੱਕ ਬੜੀ ਹਮੇਸ਼ਾ ਇੱਕ ਮੋਟੀਵੇਸ਼ਨ ਰਹਿੰਦੀ ਹੈ ਵੀ ਮੈਂ ਨਵੇਂ ਬੰਦੇ ਨੂੰ ਬਹੁਤ ਮੋਟੀਵੇਟ ਕਰਨਾ ਚਾਹੁੰਦਾ, ਕਿਉਂਕਿ ਜਿਵੇਂ ਸਾਨੂੰ ਕਿਸੇ ਨੇ ਤੋਰਿਆ ਸੀ ਅੱਜ ਇਸ ਬੁਲੰਦੀਆਂ 'ਤੇ ਆ, ਤਾਂ ਅਸੀਂ ਉਹਨੂੰ ਅੱਜ ਆਪਦਾ ਉਸਤਾਦ ਗੁਰੂ ਮੰਨਣੇ ਆ। ਐਵੇਂ ਅਸੀਂ ਚਾਹੁੰਦੇ ਅਸੀਂ ਵੀ ਕਿਸੇ ਦੇ ਉਸਤਾਦ ਗੁਰੂ ਬਣੀਏ ਅਤੇ ਅੱਗੇ ਤੋਰਾਂਗੇ, ਸਿਖਾਵਾਂਗੇ। ਬਿਲਕੁਲ।
ਦਰਸ਼ਕੋ ਇਹ ਸਨ ਸਾਡੇ ਨਾਲ ਮਨਪ੍ਰੀਤ ਸੈਫਦੀਪੁਰ। ਜਿਵੇਂ ਮੈਂ ਓਪਨਿੰਗ 'ਚ ਜ਼ਿਕਰ ਕੀਤਾ ਸੀ ਕਿ ਜਦੋਂ ਸੈਫਦੀਪੁਰ ਸ਼ਬਦ ਆਉਂਦਾ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਇੱਕ ਹੋਰ ਸ਼ਬਦ ਆਉਂਦਾ ਸਿਆਸਤ ਦੇ ਤੌਰ ਤੇ, ਕਿ ਬਲਵਿੰਦਰ ਸਿੰਘ ਸੈਫਦੀਪੁਰ ਜੋ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਬੜਾ ਚਿਰ ਐਕਟਿਵ ਰਹੇ ਸੀ, ਸਰਗਰਮ ਰਹੇ ਸੀ ਤੇ ਹੁਣ ਵੀ ਹੈ ਨੇ। ਦਰਸ਼ਕੋ ਮਨਪ੍ਰੀਤ ਨੇ ਤੁਹਾਡੇ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਕਿ ਕਿਵੇਂ ਇਸ ਲਾਈਨ ਤੋਂ ਸ਼ੁਰੂ ਹੋ ਕੇ ਅੱਜ ਇੱਥੋਂ ਤੱਕ ਪਹੁੰਚੇ ਨੇ। ਪਹਿਲਾਂ ਕਿਵੇਂ ਘਰ ਦੇ ਰੋਕਦੇ ਸੀ ਕਿ ਨਾ ਯਾਰ ਇਸ ਪਾਸੇ ਵੱਲ ਨਹੀਂ ਤੂੰ ਜਾਣਾ ਹੈਗਾ, ਤੇ ਅੱਜ ਉਹੀ ਘਰ ਦੇ ਉਹੀ ਪਰਿਵਾਰ ਅੱਜ ਮੇਰੀ ਸਪੋਰਟ ਕਰਦਾ ਕਿ ਨਾ ਯਾਰ ਅਸੀਂ ਤੇਰੇ ਨਾਲ ਆ, ਤੂੰ ਜੋ ਦਿਲ ਕਰਦਾ ਤੇਰਾ ਉਹ ਕਰ। ਜਿਵੇਂ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਸੀ ਕਿ ਘੋੜਿਆਂ ਦੇ ਨਾਲ ਪੰਜਾਬ ਦਾ, ਪੰਜਾਬੀਆਂ ਦਾ ਤੇ ਸਾਡੇ ਪੂਰੇ ਉਹ ਲੋਕਾਂ ਦਾ, ਜੁਝਾਰੂ ਲੋਕਾਂ ਦਾ ਇੱਕ ਸੰਬੰਧ ਰਿਹਾ। ਦਸਮ ਪਿਤਾ ਗੁਰੂ ਪਾਤਸ਼ਾਹ ਨੇ ਨੀਲਾ ਘੋੜਾ ਰੱਖਿਆ ਸੀ, ਉਸ ਘੋੜੇ ਦੀਆਂ ਸਿਫਤਾਂ ਅਸੀਂ ਅੱਜ ਤੱਕ ਕਰਦੇ ਹਾਂ। ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਸਿਕੰਦਰ ਤੇ ਪੋਰਸ ਦਾ ਯੁੱਧ ਹੋਇਆ ਸੀ, ਘੋੜਿਆਂ ਨੂੰ ਖਾਸ ਤੌਰ ਤੇ ਉਸ 'ਤੇ ਵਰਤਿਆ ਗਿਆ ਸੀ। ਬੜੇ ਬਾਕਮਾਲ ਘੋੜੇ ਸੀ। ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜੇ ਬਾਨੀ ਸੀ। ਘੋੜਿਆਂ ਦੇ ਕਾਰਨ ਹੀ ਇੱਕ ਉਹਨਾਂ ਨੇ ਐਡਾ ਸਾਮਰਾਜ ਖੜਾ ਕਰਤਾ ਸੀ। ਕਿਹਾ ਜਾਂਦਾ ਸੀ ਕਿ ਜੋ ਘੋੜੇ ਮਹਾਰਾਜਾ ਰਣਜੀਤ ਸਿੰਘ ਕੋਲ ਸੀ, ਉਹਨਾਂ ਨਾਲ ਦੇ ਘੋੜੇ ਕਿਤੇ ਹੋਰ ਮਿਲਦੇ ਨਹੀਂ ਸੀ। ਜੋ ਕਿਤੇ ਵੀ ਸੰਸਾਰ ਦੇ ਵਿੱਚ ਹੁੰਦੇ ਸੀ, ਉਹ ਅੰਗਰੇਜ਼ਾਂ ਵੱਲੋਂ, ਹੋਰ ਨਵਾਬਾਂ ਵੱਲੋਂ ਉਹਨਾਂ ਨੂੰ ਗਿਫਟ ਕੀਤੇ ਜਾਂਦੇ ਸੀ। ਤੁਸੀਂ ਪੰਜਾਬੀ ਡਾਕ ਤੇ ਖਾਸ ਪੇਸ਼ਕਸ਼ ਦੇਖ ਰਹੇ ਸੀ। ਲਗਾਤਾਰ ਤੁਸੀਂ ਪੰਜਾਬੀ ਡਾਕ ਤੇ ਨਵੀਆਂ ਸਟੋਰੀਆਂ ਦੇਖ ਰਹੇ ਹੋ, ਨਵੀਆਂ ਕਹਾਣੀਆਂ ਦੇਖ ਰਹੇ ਜੋ ਤੁਹਾਡੇ ਨਾਲ ਸੰਬੰਧਿਤ ਨੇ, ਆਮ ਲੋਕਾਂ ਦੇ ਨਾਲ ਸੰਬੰਧਿਤ ਨੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ, ਪਟਿਆਲਾ।